TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਕੈਨੇਡਾ ਸਰਕਾਰ ਦੀ ਗਲਤੀ ਨੇ ਕਈ ਮਿਲੀਅਨ ਡਾਲਰਾਂ ਦਾ ਟੈਕਸ ਦਤਾਵਾਂ ਨੂੰ ਲਗਾ ਦਿੱਤਾ ਚੂਨਾ। ਲੁਧਿਆਣਾ ਬੰਬ ਧਮਾਕੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ। ਕਿਸਾਨ ਆਗੂ ਪੰਜਾਬ ਵਿਧਾਨ ਸਭਾ ਦੀਆਂ ਲੜਨਗੇ ਚੋਣਾਂ। ਚੰਡੀਗੜ੍ਹ ਨਿਗਮ ਚੋਣਾਂ ਵਿੱਚ ਭਾਜਪਾ ਸੰਸਦ ਕਿਰਨ ਖੇਰ ਨੂੰ ਲੋਕਾਂ ਨੇ ਦਿੱਤਾ ਕਰਾਰਾ ਜਵਾਬ। ਅਤੇ ਪੰਜਾਬ ਵਿੱਚ ਸਿਆਸਤ ਦਾ ਗ੍ਰਾਫ ਦਿਨੋਂ ਦਿਨ ਡਿੱਗ ਰਿਹਾ ਹੇਠਾਂ, ਰਾਣਾ ਸੋਢੀ ਦਾ ਕਹਿਣਾ। ਦੋਸਤੋ, ਇਹ ਕੁਝ ਖਬਰਾਂ ਨੇ ਤੇ ਇਹਦੇ ਤੋਂ ਇਲਾਵਾ ਕੁਝ ਹੋਰ ਜਾਣਕਾਰੀਆਂ ਵੀ ਜਿਹੜੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਸਾਰੀਆਂ ਖਬਰਾਂ ਨੂੰ, ਸਾਰੀਆਂ ਜਾਣਕਾਰੀਆਂ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ, ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨੇ। ਸਭ ਤੋਂ ਪਹਿਲਾਂ ਸਿੱਖ ਪੰਥ ਦੇ ਸ਼ਹੀਦੀ ਦਿਹਾੜੇ ਇਹਨਾਂ ਦਿਨਾਂ ਵਿੱਚ ਚੱਲ ਰਹੇ ਨੇ। ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਪਰਿਵਾਰ ਵਿਛੋੜਾ, ਕੱਚੀ ਗੜੀ ਚਮਕੌਰ ਦੀ ਵਿੱਚ ਸਿੰਘਾਂ ਦਾ ਸ਼ਹੀਦ ਹੋਣਾ, ਦੋ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦ ਹੋਣਾ, ਗੁਰੂ ਗੋਬਿੰਦ ਸਿੰਘ ਜੀ ਦਾ ਤਾੜੀ ਮਾਰ ਕੇ ਚਮਕੌਰ ਦੀ ਗੜੀ ਨੂੰ ਲੰਘ ਕੇ ਛੱਡ ਕੇ ਜਾਣਾ, ਮਾਛੀਵਾੜੇ ਦੇ ਜੰਗਲਾਂ ਵਿੱਚ ਟਿਕਾਣਾ ਕਰਨਾ, ਉੱਚ ਦਾ ਪੀਰ ਬਣ ਕੇ ਆਲਮਗੀਰ ਵੱਲ ਨਿਕਲ ਜਾਣਾ, ਤੇ ਇੱਧਰ ਮਾਤਾ ਗੁਜਰੀ ਜੀ, ਦੋ ਛੋਟੇ ਸਾਹਿਬਜ਼ਾਦੇ ਗੰਗੂ ਕੋਲ ਆਉਂਦੇ ਆ ਤੇ ਗੰਗੂ ਉਹਨਾਂ ਨੂੰ ਗ੍ਰਿਫਤਾਰ ਕਰਵਾਉਂਦਾ ਤੇ ਨਵਾਬ ਸਰਹੰਦ ਵਜੀਦ ਖਾਨ ਕੋਲ ਜਾਂਦੇ ਆ ਤੇ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ। ਸੱਚਮੁੱਚ ਕਦੇ ਫੀਲ ਕਰਕੇ ਵੇਖਿਓ ਕਿ ਸ਼ਹਾਦਤਾਂ ਦਿੱਤੀਆਂ ਕਿਹਨਾਂ ਦੇ ਕਰਕੇ? ਸਮੁੱਚੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਸਮੇਤ ਸ਼ਹਾਦਤਾਂ ਦਿੱਤੀਆਂ, ਭਾਵੇਂ ਚਮਕੌਰ ਦੀ ਗੜੀ ਵਿੱਚ ਦਿੱਤੀਆਂ, ਭਾਵੇਂ ਮੋਤੀ ਮਹਿਰਾ ਦੇ ਪਰਿਵਾਰ ਨੂੰ ਦੇਣੀਆਂ ਪਈਆਂ, ਭਾਵੇਂ ਦੀਵਾਨ ਟੋਡਰਮਲ ਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਸੋ ਉਹਨਾਂ ਸਾਰਿਆਂ ਨੂੰ, ਜਿਨ੍ਹਾਂ ਦਾ ਯੋਗਦਾਨ ਰਿਹਾ, ਸਾਰਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਦੇ ਹਾਂ। ਤੇ ਆਓ ਹੁਣ ਖਬਰਾਂ ਵੱਲ ਨੂੰ ਰੁਖ ਕਰਦੇ ਹਾਂ। ਕੈਨੇਡਾ ਸਰਕਾਰ ਦੇ ਵਿੱਚ ਗਲਤੀ ਤੋਂ ਬਾਅਦ ਗਲਤੀ। ਸਾਲ 2020-21 ਵਿੱਤੀ ਵਰ੍ਹੇ ਦੇ ਵਿੱਚ ਕੈਨੇਡਾ ਸਰਕਾਰ ਨੇ 26 ਮਿਲੀਅਨ ਡਾਲਰਾਂ ਦੀ ਰਕਮ ਗਲਤ ਖਾਤਿਆਂ 'ਚ ਪਾ ਦਿੱਤੀ ਹੈ। ਜੇ ਇਹ ਰਕਮ ਦਾ ਮੈਂ ਜ਼ਿਕਰ ਕਰਾਂ ਤਾਂ ਇਹ ਤੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਤਰ੍ਹਾਂ ਗਲਤ ਖਾਤਿਆਂ ਵਿੱਚ ਪਾਏ ਗਏ ਫੰਡਾਂ ਦੇ ਮਾਮਲਿਆਂ ਦੇ ਵਿੱਚ ਇਹ ਗਿਣਤੀ ਵੱਡੀ ਦੇਖਣ ਨੂੰ ਮਿਲੀ ਹੈ। 2021 ਦੇ ਪਬਲਿਕ ਅਕਾਊਂਟਸ ਦੀ ਤੀਸਰੀ ਵੋਲਿਊਮ ਸੰਬੰਧੀ ਰਿਪੋਰਟ ਜਾਰੀ ਹੋਈ ਹੈ। ਉਸ ਰਿਪੋਰਟ ਤੋਂ ਜਿਹੜੇ ਤੱਥ ਸਾਹਮਣੇ ਆਏ ਨੇ ਉਹ ਸੰਖੇਪ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਕਿ ਅਪ੍ਰੈਲ 2020 ਤੋਂ 31 ਮਾਰਚ 2021 ਦੇ ਦਰਮਿਆਨ 22,170 ਮਾਮਲਿਆਂ ਦੇ ਵਿੱਚ ਗਲਤ ਖਾਤਿਆਂ ਦੇ ਵਿੱਚ ਜਿਹੜੀ ਰਕਮ ਭੇਜ ਦਿੱਤੀ ਗਈ ਉਹ 25.9 ਮਿਲੀਅਨ ਡਾਲਰ, ਭਾਵ ਤਕਰੀਬਨ 26 ਮਿਲੀਅਨ ਡਾਲਰ। ਹਾਲਾਂਕਿ ਇਹ ਵੀ ਖਬਰ ਮਿਲ ਰਹੀ ਹੈ ਕਿ ਇਹਦੇ ਚੋਂ 7.1 ਮਿਲੀਅਨ ਡਾਲਰ ਸਰਕਾਰ ਨੇ ਰਿਕਵਰ ਕਰ ਲਈ ਹੈ, ਪਰ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ 10.2 ਮਿਲੀਅਨ ਡਾਲਰ ਰਕਮ ਸ਼ਾਇਦ ਸਰਕਾਰੀ ਖਜ਼ਾਨੇ ਵਿੱਚ ਮੁੜ ਕੇ ਵਾਪਸ ਆਵੇ ਨਾ, ਉਹ ਖੁੱਸ ਗਈ ਹੈ ਤੇ ਹੁਣ ਮੁੜ ਕੇ ਵਾਪਸ ਆਉਣ ਦੀ ਉਮੀਦ ਕੋਈ ਨਹੀਂ। ਇਹਦੇ ਮੁਕਾਬਲੇ ਜੇਕਰ ਪਿਛਲੇ ਵਿੱਤੀ ਵਰ੍ਹੇ ਦੇ ਵਿੱਚ ਆਪਾਂ ਨਜ਼ਰ ਮਾਰਦੇ ਹਾਂ ਤਾਂ ਸਰਕਾਰ ਨੇ ਕੁੱਲ 9,619 ਅਦਾਇਗੀਆਂ ਗਲਤ ਖਾਤਿਆਂ ਵਿੱਚ ਪਾਈਆਂ। ਉਹ ਰਕਮ ਤਕਰੀਬਨ 6.6 ਮਿਲੀਅਨ ਡਾਲਰ ਬਣਦੀ ਹੈ। ਅਤੇ ਇਹ ਮੈਂ ਤੁਹਾਨੂੰ ਦੱਸਦੇ ਹਾਂ ਕਿ ਸਾਲ 2009 ਤੋਂ ਬਾਅਦ ਇਹ ਦੂਸਰੀ ਵੱਡੀ ਰਕਮ ਹੈ ਜਿਹੜੀ ਸਰਕਾਰ ਦੇ ਵੱਲੋਂ ਗਲਤ ਖਾਤਿਆਂ ਦੇ ਵਿੱਚ ਪਾ ਦਿੱਤੀ ਗਈ। ਇਹਦੇ ਉੱਤੇ ਵਿਰੋਧੀ ਧਿਰਾਂ ਆਖ ਰਹੀਆਂ ਨੇ ਕਿ ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਜਿਹੜੇ ਟੈਕਸ ਪੇਅਰ ਨੇ ਉਹਨਾਂ ਦੇ ਪੈਸਿਆਂ ਦੀ ਪਰਵਾਹ ਬਿਲਕੁਲ ਨਹੀਂ ਕਰਦੀ ਅਤੇ ਜਦੋਂ ਟਰਾਂਸਫਰ ਕਰਦੀ ਹੈ ਸਹੀ ਬੰਦੇ ਕੋਲ ਜਾਣ ਦੀ ਬਜਾਏ, ਸਹੀ ਖਾਤੇ ਵਿੱਚ ਜਾਣ ਦੀ ਬਜਾਏ ਗਲਤ ਖਾਤਿਆਂ ਵਿੱਚ ਜਾ ਰਹੀ ਹੈ। ਸੋ ਇਹ ਸਰਕਾਰ ਦੀ ਜਾਂ ਜਿਹੜੇ ਸਰਕਾਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਨਲਾਇਕੀ ਦਾ ਇੱਕ ਸਬੂਤ ਹੈ। ਤੇ ਕੋਵਿਡ-19 ਨੇ ਇੱਕ ਵਾਰੀ ਫੇਰ ਕੈਨੇਡਾ ਦੇ ਵਿੱਚ ਵੀ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਜਿੰਨਾ ਇੱਕ ਵਕਤ ਸੀ ਕੋਵਿਡ-19 ਦੀ ਲਹਿਰ ਪੀਕ ਤੇ ਸੀ, ਜਿੰਨੇ ਉਸ ਵਕਤ ਕੇਸ ਆਇਆ ਕਰਦੇ ਸਨ, ਹੁਣ ਤਕਰੀਬਨ ਉਹਦੇ ਤੋਂ ਜ਼ਿਆਦਾ ਕੇਸ ਆ ਰਹੇ ਨੇ।
ਬਹੁਤ ਸਾਰੇ ਹਿੱਸਿਆਂ ਦੇ ਵਿੱਚ ਪਾਬੰਦੀਆਂ ਲਗਾਤਾਰ ਵੱਧ ਰਹੀਆਂ ਨੇ। ਕ੍ਰਿਸਮਸ ਹੈ, ਇਹਦੇ ਨਾਲ ਨਵੇਂ ਸਾਲ ਦੇ ਜਸ਼ਨ ਨੇ। ਕਿਰਪਾ ਕਰਕੇ ਪਾਰਟੀਆਂ ਛੋਟੀਆਂ ਰੱਖਿਓ, ਧਿਆਨ ਰੱਖਿਓ ਆਪਣਾ ਵੀ ਤੇ ਆਪਣਿਆਂ ਦਾ ਵੀ। ਤੇ ਹੁਣ ਮੈਂ ਤੁਹਾਨੂੰ ਸਿੱਧਾ ਲੁਧਿਆਣੇ ਲੈ ਚੱਲਦਾ ਹਾਂ। ਲੁਧਿਆਣੇ ਦੇ ਵਿੱਚ ਬੀਤੇ ਵੀਰਵਾਰ ਦੀ ਦੁਪਹਿਰ ਤਕਰੀਬਨ 12:25 ਹੋਈ ਸੀ। ਲੁਧਿਆਣਾ ਦੀ ਅਦਾਲਤ ਕੰਪਲੈਕਸ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ। ਉਸ ਦਿਨ ਤੋਂ ਜਾਂਚ ਏਜੰਸੀਆਂ ਜਾਂਚ ਕਰ ਰਹੀਆਂ ਸੀ। ਅੱਜ ਇੱਕ ਬ੍ਰੇਕਿੰਗ ਨਿਊਜ਼ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਉਹਦੀ ਪਹਿਚਾਣ ਹੋ ਗਈ ਹੈ। ਹੁਣ ਹੋਰ ਵੀ ਉਹਦੀਆਂ ਪਰਤਾਂ ਖੁੱਲ੍ਹਣ ਲੱਗ ਪਈਆਂ ਨੇ। ਅਸਲ ਉਹਦੇ ਤੱਕ ਪਹੁੰਚਿਆ ਕਿਵੇਂ ਗਿਆ, ਸਾਰੀ ਜਾਂਚ ਪੜਤਾਲ ਦੇ ਵਿੱਚ ਤੱਥ ਨਿਕਲ ਕੇ ਸਾਹਮਣੇ ਆਏ ਕਿਵੇਂ, ਇਹ ਬਹੁਤ ਮਹੱਤਵਪੂਰਨ ਜਾਣਕਾਰੀਆਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਹੁਣ ਜਿਹੜਾ ਵਿਅਕਤੀ ਇਸ ਬੰਬ ਧਮਾਕੇ ਦੇ ਦੌਰਾਨ ਮਾਰਿਆ ਗਿਆ, ਜਿਹਦੀ ਪਹਿਚਾਣ ਹੋਈ ਆ ਕਿ ਇਸੇ ਵਿਅਕਤੀ ਨੇ ਬੰਬ ਧਮਾਕਾ ਕੀਤਾ, ਉਹਦੀ ਉਮਰ ਤਕਰੀਬਨ 30 ਵਰੇ ਤੇ ਨਾਮ ਗਗਨਦੀਪ ਸਿੰਘ। ਇਹ ਵੀ ਦੱਸਿਆ ਗਿਆ ਕਿ ਗਗਨਦੀਪ ਸਿੰਘ ਪੰਜਾਬ ਪੁਲਿਸ ਦਾ ਹੀ ਮੁਲਾਜ਼ਮ ਹੋਇਆ ਕਰਦਾ ਸੀ ਅਤੇ 2 ਸਾਲ ਪਹਿਲਾਂ ਉਸ ਨੂੰ ਮਹਿਕਮੇ ਨੇ ਬਰਖਾਸਤ ਕੀਤਾ ਸੀ ਅਤੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸਦਰ ਥਾਣੇ ਵਿੱਚੋਂ ਮੁਨਸ਼ੀ ਹੋਇਆ ਕਰਦਾ ਸੀ। ਗਗਨਦੀਪ ਨੂੰ ਅਗਸਤ 2019 ਦੇ ਵਿੱਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਡਰੱਗ ਮਾਫੀਆ ਦੇ ਨਾਲ ਉਹਦੇ ਲਿੰਕ ਹੋਇਆ ਕਰਦੇ ਸੀ, ਇਸੇ ਕਰਕੇ ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਸੀ। ਡਰੱਗ ਕੇਸ ਦੇ ਵਿੱਚ ਹੀ ਗਗਨਦੀਪ 2 ਸਾਲ ਦੀ ਜੇਲ੍ਹ ਕੱਟ ਕੇ 8 ਸਤੰਬਰ ਤੇ 2021 ਨੂੰ ਹਾਲੇ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਤੇ ਜੇਲ੍ਹ ਦੇ ਵਿੱਚੋਂ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ, ਹਾਲੇ ਉਹ ਪੱਕੇ ਤੌਰ ਤੇ ਨਹੀਂ ਸੀ ਆਇਆ। ਤੇ ਇੱਕ ਹੋਰ ਜਿਹੜੀ ਜਾਣਕਾਰੀ ਮਿਲ ਰਹੀ ਹੈ, ਉਹਦੇ ਅਨੁਸਾਰ ਗਗਨਦੀਪ ਦੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਵੀ ਲਿੰਕ ਸਥਾਪਿਤ ਹੋ ਰਹੇ ਨੇ। ਇਸ ਪਹਿਲੂ ਤੇ ਵੀ, ਇਸ ਐਂਗਲ ਤੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਤੇ ਇਸ ਧਮਾਕੇ ਦੇ ਪਿੱਛੇ ਪਾਕਿਸਤਾਨ ਦੇ ਵਿੱਚ ਬੈਠੇ ਹਰਵਿੰਦਰ ਸਿੰਘ ਦਾ ਹੱਥ ਤਾਂ ਨਹੀਂ ਹੈ ਕਿਤੇ। ਜਾਂਚ ਟੀਮਾਂ ਇਸ ਗੱਲ ਤੋਂ ਇਸ ਵਕਤ ਇਨਕਾਰ ਨਹੀਂ ਕਰ ਰਹੀਆਂ ਕਿ ਗਗਨਦੀਪ ਜਿਸ ਵਕਤ ਅਦਾਲਤ ਦੇ ਬਾਥਰੂਮ ਦੇ ਵਿੱਚ ਬੰਬ ਲੈ ਕੇ ਪਹੁੰਚਿਆ, ਹੋ ਸਕਦਾ ਹੈ ਕਿ ਉੱਥੇ ਬੰਬ ਰੱਖਣ ਤੋਂ ਬਾਅਦ ਉਹ ਕਿਸੇ ਵਿਅਕਤੀ ਤੋਂ ਫੋਨ ਦੇ ਰਾਹੀਂ ਕਿ ਉਹਨੂੰ ਐਕਟੀਵੇਟ ਕਿਵੇਂ ਕੀਤਾ ਜਾਣਾ ਹੈ ਇੰਸਟਰਕਸ਼ਨ ਲੈ ਰਿਹਾ ਹੋਵੇ ਤੇ ਉਸੇ ਦੌਰਾਨ ਉਹ ਧਮਾਕਾ ਹੋ ਗਿਆ, ਜਿਸ ਕਾਰਨ ਗਗਨਦੀਪ ਖੁਦ ਮਾਰਿਆ ਗਿਆ ਤੇ ਪਰਖੱਚੇ ਉੱਡ ਗਏ, ਤੁੰਬਾ ਹੋ ਗਿਆ ਸੀ। ਤੇ ਹੁਣ ਤੁਸੀਂ ਇਹ ਦੇਖੋ ਕਿ ਸਾਰਾ ਕੁਝ ਵਾਪਰ ਗਿਆ। ਆਪਾਂ ਉਸ ਦਿਨ ਵੀ ਜ਼ਿਕਰ ਕਰ ਰਹੇ ਸੀ ਕਿ ਕਿਤੇ ਨਾ ਕਿਤੇ ਨਲਾਇਕੀਆਂ ਨੇ ਪ੍ਰਸ਼ਾਸਨ ਦੀਆਂ, ਸਰਕਾਰ ਦੀਆਂ। ਪਰ ਮੈਂ ਹੁਣ ਇਹ ਦੱਸ ਦਿਆਂ ਕਿ ਇਹਦੇ ਤੋਂ ਪਹਿਲਾਂ ਅਕਤੂਬਰ 2007 ਦੇ ਵਿੱਚ ਵੀ ਲੁਧਿਆਣੇ ਦੇ ਸ਼ਿੰਗਾਰ ਸਿਨੇਮਾ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ ਤੇ ਉਸ ਬੰਬ ਧਮਾਕੇ ਦੀਆਂ ਤਾਰਾਂ ਵੀ ਬੱਬਰ ਖਾਲਸਾ ਨਾਲ ਕਿਤੇ ਨਾ ਕਿਤੇ ਉਸ ਵਕਤ ਏਜੰਸੀਆਂ ਨੇ ਜੋੜੀਆਂ ਸੀ ਤੇ ਉਸ ਧਮਾਕੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 32 ਹੋਰ ਜ਼ਖਮੀ ਹੋ ਗਏ ਸੀ। ਪੁਲਿਸ ਦੇ ਜਿਹੜੇ ਆਲਾ ਸੂਤਰ ਨੇ ਦੱਸ ਰਹੇ ਨੇ ਕਿ ਗਗਨਦੀਪ ਖੰਨਾ ਦੇ ਗੁਰੂ ਤੇਗ ਬਹਾਦਰ ਨਗਰ ਦਾ ਰਹਿਣ ਵਾਲਾ ਅਤੇ ਉਹਦੇ ਪਿਤਾ ਦਾ ਨਾਮ ਅਮਰਜੀਤ ਸਿੰਘ ਹੈ। ਹੈਰੋਇਨ ਬਰਾਮਦ ਹੋਈ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ। ਉਸੇ ਮਾਮਲੇ ਦੇ ਵਿੱਚ ਉਹ ਜੇਲ੍ਹ ਦੇ ਵਿੱਚੋਂ ਵੀ ਜ਼ਮਾਨਤ ਤੇ ਰਿਹਾ ਹੋਇਆ ਸੀ ਤੇ ਉਸ ਵਕਤ ਉਹਦੇ ਨਾਲ ਇੱਕ ਬੀਬਾ ਜੀ ਰਲੀ ਹੋਈ ਸੀ, ਮਹਿਲਾ ਸੀ, ਜਿਹਦੇ ਨਾਲ ਮਿਲ ਕੇ ਉਹ ਡਰੱਗ ਤਸਕਰੀ ਕਰਿਆ ਕਰਦਾ ਸੀ ਅਤੇ ਗਗਨਦੀਪ ਦੇ ਖਿਲਾਫ 11 ਅਗਸਤ 2019 ਨੂੰ ਮੋਹਾਲੀ ਦੇ ਫੇਜ਼ ਨੰਬਰ 4 ਦੇ ਥਾਣੇ ਦੇ ਵਿੱਚ STF ਦਾ ਜਿਹੜਾ ਥਾਣਾ ਹੈ ਉਹਦੇ ਵਿੱਚ NDPS ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਕੇਂਦਰੀ ਜਾਂਚ ਏਜੰਸੀ NIA ਧਮਾਕੇ ਵਾਲੀ ਥਾਂ ਤੋਂ ਮਿਲੇ ਡੋਂਗਲ ਅਤੇ ਮੋਬਾਈਲ ਸਿਮ ਦੇ ਨੰਬਰ ਤੋਂ ਗਗਨਦੀਪ ਦੀ ਦਰਅਸਲ ਪਹਿਚਾਣ ਕਰ ਸਕੀ ਹੈ। ਹੁਣ ਇਹ ਸੀ ਕਿ ਉਹਦੀ ਜਾਂਚ ਕਿਵੇਂ ਹੋ ਗਈ, ਕਿਉਂਕਿ ਧਮਾਕਾ ਬੀਤੇ ਵੀਰਵਾਰ ਦੀ ਦੁਪਹਿਰ ਨੂੰ ਹੋਇਆ। ਧਮਾਕੇ ਦੀ ਜਾਂਚ NIA ਵੀ ਕਰ ਰਹੀ ਹੈ, NSG ਦੇ ਅਧਿਕਾਰੀ ਵੀ ਕਰ ਰਹੇ ਸੀ ਅਤੇ ਪੰਜਾਬ ਆਪਣੇ ਪੱਧਰ ਤੇ ਪੰਜਾਬ ਪੁਲਿਸ ਕਰ ਰਹੀ ਹੈ। ਹੁਣ ਇਹਨਾਂ ਦੇ ਜਿਹੜੇ ਅਧਿਕਾਰੀ ਨੇ ਉਹ ਲਗਾਤਾਰ ਸਾਰੀਆਂ ਏਜੰਸੀਆਂ ਦੇ ਅਧਿਕਾਰੀ ਇੱਕ ਕੜੀ ਨਾਲ ਕੜੀ ਤੇ ਲੜੀ ਨਾਲ ਲੜੀ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਸੀ ਕਿ ਇਹ ਸਾਜ਼ਿਸ਼ ਦਾ ਪਰਦਾਫਾਸ਼ ਕਿਵੇਂ ਕੀਤਾ ਜਾ ਸਕੇ। ਜਾਂਚ ਕਰ ਰਹੀਆਂ ਏਜੰਸੀਆਂ ਦੇ ਅਨੁਸਾਰ ਪੰਜਾਬ ਪੁਲਿਸ ਅਤੇ ਹੋਰ ਆਲਾ ਅਫਸਰਾਂ ਨੇ ਘਟਨਾ ਸਥਾਨ ਤੇ ਕਈ ਮੀਟਿੰਗਾਂ ਕੀਤੀਆਂ, ਕੜੀਆਂ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਜਾਂਚ ਜਦੋਂ ਕੀਤੀ ਜਾ ਰਹੀ ਸੀ ਤਾਂ ਉਸ ਘਟਨਾ ਸਥਾਨ ਤੋਂ ਜਦੋਂ ਮਲਬਾ ਇਕੱਠਾ ਕੀਤਾ ਜਾ ਰਿਹਾ ਸੀ, ਮਲਬੇ ਦੀ ਜਾਂਚ ਕੀਤੀ ਜਾ ਰਹੀ ਸੀ, ਕਿਉਂਕਿ ਉਹਨਾਂ ਨੇ ਆਖ ਦਿੱਤਾ ਸੀ ਕਿ ਮਲਬਾ ਹਲੇ ਚੁੱਕਣਾ ਨਹੀਂ। ਇੱਥੋਂ ਤੱਕ ਕਿ ਮਲਬੇ ਦੇ ਵਿੱਚ ਸ਼ਾਇਦ ਭਾਵੇਂ ਕੋਈ ਹੁੰਦਾ ਵੀ ਉਹ ਕਹਿੰਦੇ ਕੋਈ ਨਹੀਂ, ਅਸੀਂ ਪਹਿਲਾਂ ਦੇਖਣਾ ਹੈ ਕਿ ਇਹਦੇ ਵਿੱਚ ਨਿਕਲਦਾ ਕੀ ਹੈ। ਉੱਥੋਂ ਮਲਬੇ ਦੇ ਵਿੱਚੋਂ ਜਾਂਚ ਏਜੰਸੀ ਨੂੰ ਬਹੁਤ ਸਾਰੀਆਂ ਇਨਪੁਟਸ ਮਿਲਦੀਆਂ ਨੇ। ਮਲਬੇ ਦੇ ਵਿੱਚੋਂ ਟੁੱਟੇ ਹੋਏ ਮੋਬਾਈਲ ਦੇ ਕੁਝ ਪੀਸ ਮਿਲਦੇ ਨੇ, ਟੋਟੇ ਮਿਲਦੇ ਨੇ, ਡੋਂਗਲ ਮਿਲਦਾ ਹੈ। ਜਦੋਂ ਜਾਂਚ ਅਫਸਰਾਂ ਨੇ ਉਹ ਮੋਬਾਈਲ ਫੋਨ ਅਤੇ ਡੋਂਗਲ ਦੇ ਸਿਮ ਨੂੰ ਲੈ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਬਹੁਤ ਸਾਰੇ ਕਲੂ ਉੱਥੋਂ ਮਿਲੇ। ਇਹ ਡੋਂਗਲ ਖੰਨਾ ਦੇ ਇੱਕ ਵਿਅਕਤੀ ਦੇ ਨਾਮ ਤੇ ਰਜਿਸਟਰਡ ਸੀ
ਜਦੋਂ ਉਸ ਵਿਅਕਤੀ ਤੱਕ ਪਹੁੰਚ ਕੀਤੀ ਗਈ, ਉਸ ਵਿਅਕਤੀ ਨੂੰ ਚੁੱਕ ਕੇ ਪੁੱਛ ਪੜਤਾਲ ਕੀਤੀ ਗਈ, ਉਹ ਕਹਿੰਦਾ ਦੇਖੋ ਇਹ ਜਿਹੜਾ ਜਿਹਦੀ ਬਾਬਤ ਤੁਸੀਂ ਮੈਨੂੰ ਪੁੱਛ ਰਹੇ ਹੋ ਇਹ ਗਗਨਦੀਪ ਨੇ ਮੇਰੇ ਤੋਂ ਲਿਆ ਸੀ। ਫਿਰ NIA ਤੇ ਪੰਜਾਬ ਪੁਲਿਸ ਦੀ ਜੁਆਇੰਟ ਟੀਮ, ਸਾਂਝੀ ਟੀਮ ਨੇ ਖੰਨਾ ਦੇ ਵਿੱਚ ਜਿਹੜਾ ਗਗਨਦੀਪ ਦਾ ਪਰਿਵਾਰ ਰਹਿੰਦਾ ਹੈ, ਉਹਦਾ ਘਰ ਸੀ, ਉੱਥੇ ਛਾਪੇਮਾਰੀ ਕੀਤੀ। ਪਰਿਵਾਰ ਨੂੰ ਉਹ ਜਿਹੜੀ ਬੋਡੀ ਪਈ ਸੀ ਜਾਂ ਬੋਡੀ ਦੇ ਕੁਝ ਪਾਰਟ ਪਏ ਸਨ, ਜਿਹੜਾ ਵਿਅਕਤੀ ਉਸ ਬਾਥਰੂਮ ਦੇ ਵਿੱਚੋਂ ਬੰਬ ਧਮਾਕੇ ਦੌਰਾਨ ਮਿਲਿਆ ਸੀ, ਉਹਦੀ ਬੋਡੀ ਦੇ ਪਾਰਟ ਦਿਖਾਏ ਗਏ ਤੇ ਗਗਨਦੀਪ ਦੀ ਬੋਡੀ ਦੇਖ ਕੇ ਪਰਿਵਾਰ ਵਾਲਿਆਂ ਨੇ ਸ਼ਨਾਖਤ ਕੀਤੀ। ਕਿਉਂਕਿ ਅੱਜ ਪੰਜਾਬ ਬੋਲਦਾ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਟੈਟੂ ਹੈ, ਸ਼ਾਇਦ ਟੈਟੂ ਤੋਂ ਜਾਂਚ ਹੋ ਜਾਵੇ। ਗਗਨਦੀਪ ਦੀ ਬਾਂਹ ਦੇ ਉੱਤੇ ਖੰਡੇ ਦਾ ਟੈਟੂ ਬਣਵਾਇਆ ਹੋਇਆ ਸੀ। ਇਸ ਆਧਾਰ ਦੇ ਉੱਤੇ ਜਾਂਚ ਟੀਮਾਂ ਨੂੰ ਕੁਝ ਹੋਰ ਜਾਂਚ ਕਰਨੀ ਸੁਖਾਲੀ ਹੋਈ ਤੇ ਪਰਿਵਾਰ ਵਾਲਿਆਂ ਨੂੰ ਵੀ ਉਹਦੀ ਜਾਂਚ ਕਰਨੀ ਸੁਖਾਲੀ ਹੋ ਗਈ। ਪੁਲਿਸ ਦੇ ਦੱਸਣ ਦੇ ਅਨੁਸਾਰ ਗਗਨਦੀਪ ਦੀ ਜੇਬ ਦੇ ਵਿੱਚੋਂ 500 ਰੁਪਏ ਮਿਲੇ ਆ, ਕਿਉਂਕਿ ਉਹਨੂੰ ਟੀ-ਸ਼ਰਟ ਪਹਿਨ ਰੱਖੀ ਸੀ, ਬਟੂਆ ਉਹਦੇ ਕੋਲ ਕੋਈ ਨਹੀਂ ਸੀ, ਡੋਂਗਲ ਸੀ ਜਾਂ ਉਹ ਸਿਮ ਮਿਲੇ ਆ। ਪਤਾ ਲੱਗਾ ਕਿ ਉਸ ਵਕਤ ਉਹਨੇ ਸਿਰਫ ਟੀ-ਸ਼ਰਟ ਪਹਿਨੀ ਸੀ, ਬਟੂਆ ਕੋਲ ਕੋਈ ਹੈ ਨਹੀਂ ਸੀ। ਤੇ ਇਹਦੇ ਨਾਲ ਹੀ ਗਗਨਦੀਪ ਦੀ ਜਿਹੜੀ ਬੋਡੀ ਸੀ, ਜਿਹਦੀ ਉਹ ਡੀਲ ਡੋਲ ਸੀ, ਦਿੱਖ ਸੀ, ਭਲਵਾਨਾਂ ਵਰਗੀ ਸੀ ਅਤੇ ਬਿਲਕੁਲ ਮਧਰੇ ਕੱਦ ਦਾ ਗਗਨਦੀਪ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਰਿਹਾ। ਉਹਦੀ ਡੀਲ ਡੋਲ ਦੇ ਬਾਰੇ ਉਹਦੀਆਂ ਫੋਟੋਆਂ ਪੰਜਾਬ ਪੁਲਿਸ ਕੋਲ ਪਹਿਲਾਂ ਹੀ ਸਨ। ਹੁਣ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਲ 2019 ਦੇ ਵਿੱਚ ਡਰੱਗ ਕੇਸ ਦੇ ਵਿੱਚ ਗ੍ਰਿਫਤਾਰ ਹੋਣ ਦੇ ਵੇਲੇ ਜਦੋਂ ਪੰਜਾਬ ਪੁਲਿਸ ਦੇ ਵਿੱਚ ਸੀ ਤਾਂ ਉਸ ਨੂੰ ਬਰਖਾਸਤ ਕੀਤਾ ਗਿਆ, ਤਾਂ ਉਸ ਵਕਤ ਉਹਦੇ ਨਾਲ ਕੁਝ ਹੋਰ ਵੀ ਸਾਥੀ ਮਿਲੇ ਹੋਏ ਸੀ। ਹੁਣ ਇਸ ਬੰਬ ਧਮਾਕੇ ਤੋਂ ਬਾਅਦ ਗਗਨਦੀਪ ਦੇ ਹੋਰ ਸਾਥੀਆਂ ਦਾ ਰਿਕਾਰਡ ਵੀ ਪੁਲਿਸ ਵੱਲੋਂ ਘੋਖਿਆ ਜਾ ਰਿਹਾ, ਪੜਤਾਲਿਆ ਜਾ ਰਿਹਾ ਤੇ ਜਾਂਚ ਕੀਤੀ ਜਾ ਰਹੀ ਹੈ। ਤੇ ਸ਼ੱਕ ਹੈ ਪੁਲਿਸ ਨੂੰ ਕਿ ਗਗਨਦੀਪ ਦੇ ਨਾਲ ਉਹਦੇ ਕਈ ਹੋਰ ਸਾਥੀ ਵੀ ਹੋ ਸਕਦੇ ਹੈ। ਹੁਣ ਇਹ ਜਿਹੜਾ ਗੁਰੂ ਤੇਗ ਬਹਾਦਰ ਨਗਰ ਹੈ, ਖੰਨਾ ਦੇ ਲਲਹੇੜੀ ਰੋਡ ਤੇ ਸਥਿਤ ਹੈ। ਹੁਣ ਗਗਨਦੀਪ ਇਹ ਵੀ ਪਤਾ ਲੱਗਿਆ ਕਿ ਸਾਲ 2011 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਇਆ ਸੀ। ਨੌਕਰੀ ਦੌਰਾਨ ਉਹ ਮਾਛੀਵਾੜੀ ਵੀ ਰਿਹਾ, ਉਹ ਸਮਰਾਲੇ ਵਿੱਚ ਵੀ ਰਿਹਾ, ਪਰ ਬਾਅਦ ਦੇ ਵਿੱਚ ਉੱਥੋਂ ਉਹਨੇ ਆਪਣੀ ਬਦਲੀ ਕਰਾਈ ਅਤੇ ਖੰਨਾ ਦੇ ਸਦਰ ਥਾਣੇ ਦੇ ਵਿੱਚ ਆ ਗਿਆ ਸੀ ਤੇ ਉੱਥੇ ਮੁਨਸ਼ੀ ਲੱਗਿਆ ਹੋਇਆ ਸੀ। ਹੁਣ ਜਿਹੜੇ ਉਸ ਵਕਤ ਗਗਨਦੀਪ ਦੇ ਨਾਲ ਥਾਣਾ ਸਦਰ ਦੇ ਵਿੱਚ ਨੌਕਰੀ ਕਰਦੇ ਰਹੇ ਹੈ, ਉਹ ਮੁਲਜ਼ਮ ਦੱਸਦੇ ਆ ਕਿ ਬਹੁਤਾ ਕਿਸ ਨਾਲ ਘੁਲਦਾ ਮਿਲਦਾ ਹੈ ਨਹੀਂ ਸੀ। ਆਪਣੇ ਮਤੇ ਜਿਹਦਾ ਇਹ ਵਿਅਕਤੀ ਸੀ, ਉਹਦੇ ਇੱਕ ਬੇਟੀ ਹੈ ਅਤੇ STF ਨੇ ਇਹ ਵੀ ਦੱਸਿਆ ਕਿ ਜਿਹੜੀ ਗੱਡੀ ਦੇ ਵਿੱਚੋਂ ਜਦੋਂ ਉਹਦੇ ਕੋਲੋਂ ਹੈਰੋਇਨ ਫੜੀ ਗਈ ਸੀ, ਉਹ ਕਾਰ ਵੀ ਉਹਨੇ ਉਸ ਵਕਤ ਖਰੀਦੀ ਸੀ ਜਦੋਂ ਖੰਨੇ ਥਾਣੇ ਦੇ ਵਿੱਚ ਉਹ ਮੁਨਸ਼ੀ ਲੱਗਿਆ ਹੋਇਆ ਸੀ। ਹੁਣ ਆ ਸਾਰੇ ਕਲੂ ਮਿਲ ਗਏ ਆ। ਇਹ ਪਤਾ ਲੱਗ ਗਿਆ ਕਿ ਉਹ ਵਿਅਕਤੀ ਕੌਣ ਸੀ, ਇਹ ਵੀ ਪਤਾ ਲੱਗ ਗਿਆ ਕਿ ਉਹਦੇ ਤੇ ਕੇਸ ਕਿਹੋ ਜਿਹਾ ਸੀ। ਹੁਣ ਉਹਦੇ ਨਾਲ ਕੌਣ ਕੌਣ ਹੋ ਸਕਦੇ ਨੇ, ਕਿਉਂਕਿ ਪਹਿਲੀ ਗੱਲ ਤਾਂ ਇਹੀ ਸੀ, ਜਿਸ ਤਰ੍ਹਾਂ ਆਪਾਂ ਰੋਜ਼ਾਨਾ ਜ਼ਿਕਰ ਕਰਦੇ ਹਾਂ ਕਿ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਕਰਨ ਵਾਲੇ ਦੀ ਹਜੇ ਤੱਕ ਸ਼ਨਾਖਤ ਹੀ ਨਹੀਂ ਹੋ ਸਕੀ। ਕੌਣ ਸੀ, ਕਿੱਥੋਂ ਆਇਆ ਸੀ, ਕਾਹਤੋਂ ਆਇਆ ਸੀ, ਮਾਸਟਰਮਾਈਂਡ ਕੌਣ ਸੀ। ਹੁਣ ਆ ਵੀ ਘੱਟੋ ਘੱਟ ਇੰਨਾ ਤਾਂ ਪਤਾ ਲੱਗ ਗਿਆ ਕਿ ਇਸ ਬੰਬ ਧਮਾਕੇ ਨੂੰ ਅੰਜਾਮ ਕਿਹਨੇ ਦਿੱਤਾ ਹੈ, ਪਰ ਹੁਣ ਉਹਦੇ ਪਿੱਛੇ ਕੌਣ ਸੀ, ਇਹਦੇ ਸਾਥੀਆਂ ਦੇ ਬਾਬਤ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਕੀ ਗਗਨਦੀਪ ਦੇ ਨਾਲ ਹੋਰ ਕਿਹੜੇ ਕਿਹੜੇ ਸੀ, ਕੀ ਅੱਤਵਾਦੀ ਘਟਨਾ ਹੈ। ਬਹੁਤ ਸਾਰੇ ਐਂਗਲ ਨੇ, ਪਰ ਸਭ ਤੋਂ ਪਹਿਲੀ ਗੱਲ ਕਿ ਇਹ ਹੁਣ ਤੱਕ ਜਾਂਚ ਪੜਤਾਲ ਕਰ ਰਹੇ ਅਧਿਕਾਰੀ ਕਾਮਯਾਬੀ ਪ੍ਰਾਪਤ ਕਰ ਗਏ ਕਿ ਇਹ ਪਤਾ ਲੱਗ ਗਿਆ ਕਿ ਬੰਬ ਲੈ ਕੇ ਉੱਥੇ ਕੌਣ ਪਹੁੰਚਿਆ। ਹੁਣ ਵੇਖਦੇ ਹਾਂ ਕਿ ਅੱਗੇ ਦੀਆਂ ਪਰਤਾਂ ਹੋਰ ਕਿਹੜੀਆਂ-ਕਿਹੜੀਆਂ ਤੇ ਕਦੋਂ ਖੁੱਲ੍ਹਦੀਆਂ ਨੇ। ਬੀਤੀ ਰਾਤ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇੱਕ ਹਾਈ ਲੈਵਲ ਦੀ ਮੀਟਿੰਗ ਕੀਤੀ ਹੈ ਤੇ ਅੱਜ ਪੰਜਾਬ ਦੇ DGP ਸਿਧਾਰਥ ਚੱਟੋਪਾਧਿਆਏ ਵੀ ਇਸੇ ਮਸਲੇ ਨੂੰ ਲੈ ਕੇ ਮੀਟਿੰਗ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਵੀ ਕੀਤਾ ਹੋਇਆ ਹੈ। ਤੇ ਜਿਹੜਾ ਬੀਤੇ ਦਿਨੀ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ 2 ਥਾਵਾਂ ਤੇ 2 ਗੇਟਸ ਦੇ ਉੱਤੇ ਮੈਟਲ ਡਿਟੈਕਟਰ, ਬਾਕੀ ਥਾਵਾਂ ਦੇ ਉੱਤੇ ਕੁਝ ਹੈ ਹੀ ਨਹੀਂ। ਹੁਣ ਇਹ ਪਤਾ ਲੱਗ ਰਿਹਾ ਹੈ ਕਿ ਬਾਕੀ ਜਿੰਨੇ ਦਰਵਾਜ਼ੇ ਸੀ ਅਦਾਲਤ ਦੇ, ਉਹਨਾਂ ਨੂੰ ਦਰਵਾਜ਼ਿਆਂ ਨੂੰ ਜਿੰਦਰੇ ਮਾਰ ਦਿੱਤੇ ਆ ਅਤੇ 3 ਗੇਟਸ ਦੇ ਉੱਤੇ ਇਸ ਵਕਤ ਮੈਟਲ ਡਿਟੈਕਟਰ ਪਹਿਲਾਂ ਨਾਲੋਂ ਅਤ ਆਧੁਨਿਕ ਕਿਸਮ ਦੇ ਲਗਾ ਦਿੱਤੇ ਗਏ ਹੈ। ਜੇ ਸ਼ਾਇਦ ਕਿਤੇ ਪਹਿਲਾਂ ਇਹ ਕੰਮ ਕੀਤਾ ਹੁੰਦਾ ਤਾਂ ਆਹ ਘਟਨਾ ਨਾ ਵਾਪਰਦੀ। ਤੇ ਅਗਲੀ ਖਬਰ ਪੰਜਾਬ ਦੀ ਸਿਆਸਤ ਦੇ ਵਾਸਤੇ ਵੱਡੀ ਖਬਰ ਹੈ। ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਸੰਘਰਸ਼ ਸ਼ੁਰੂ ਕੀਤਾ, ਦਿਲ ਦੀਆਂ ਬਰੂਹਾਂ ਤੇ ਜਾ ਕੇ ਸਰਹੱਦਾਂ ਤੇ ਬੈਠੇ, ਆਖਰਕਾਰ ਜੋ ਕਹਿ ਕੇ ਗਏ ਸੀ ਕਿ ਸਾਨੂੰ ਇਹ ਕਾਨੂੰਨ ਰੱਦ ਚਾਹੀਦੇ ਨੇ, ਰੱਦ ਕਰਵਾ ਕੇ ਵਾਪਸ ਮੁੜੇ। ਉਦੋਂ ਤੋਂ ਹੀ ਉਹਨਾਂ ਦੇ ਉੱਤੇ ਪ੍ਰੈਸ਼ਰ ਵੀ ਬਣੀ ਜਾ ਰਿਹਾ ਹੈ। ਕੋਈ ਕਹਿੰਦਾ ਚੋਣ ਲੜਨੀ ਚਾਹੀਦੀ ਹੈ, ਕੋਈ ਕਹਿੰਦਾ ਪ੍ਰੈਸ਼ਰ ਗਰੁੱਪ ਬਣਾ ਲੈਣਾ ਚਾਹੀਦਾ ਹੈ। ਚੋਣਾਂ ਪੰਜਾਬ ਦੀਆਂ ਬਹੁਤ ਨੇੜੇ ਨੇ।
ਹੁਣ ਖਬਰ ਮਿਲ ਰਹੀ ਹੈ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਇੱਕ ਸਾਂਝਾ ਮੰਚ ਬਣਾਉਣਗੀਆਂ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜ ਸਕਦੀਆਂ ਨੇ। ਇਸ ਸੰਬੰਧੀ ਜਿਹੜੀ ਅਗਲੀ ਰਣਨੀਤੀ ਬਣਾਉਣੀ ਹੈ ਉਹ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ 32 ਕਿਸਾਨ ਜਥੇਬੰਦੀਆਂ ਨੇ। ਉਹ ਤੋਂ ਦੇਖਦੇ ਹਾਂ ਕਿ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਗਈ ਹੈ ਅਤੇ ਉਸ ਮੀਟਿੰਗ ਦੇ ਵਿੱਚ ਜਿਹੜਾ ਸਾਡੇ ਕੋਲ ਪ੍ਰੈਸ ਨੋਟ ਆਇਆ ਉਹਦੇ ਵਿੱਚ ਲਿਖਿਆ ਹੋਇਆ ਕਿ ਇੱਕ ਵੱਡਾ ਫੈਸਲਾ ਤੇ ਇੱਕ ਵੱਡੀ ਅਨਾਉਂਸਮੈਂਟ ਕੀਤੀ ਜਾਣੀ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਪੰਜਾਬ ਬੋਲਦਾ ਪ੍ਰੋਗਰਾਮ ਦੇ ਵਿੱਚ ਕਿ ਅਨਾਉਂਸਮੈਂਟ ਕੀ ਹੋਣ ਵਾਲੀ ਹੈ। ਉਹਦੇ ਵਿੱਚ ਦੱਸਿਆ ਗਿਆ ਕਿ ਇਸ ਮੀਟਿੰਗ ਦੇ ਵਿੱਚ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਅੰਤਮ ਫੈਸਲਾ ਲਿਆ ਜਾਣਾ ਹੈ। ਹੁਣ ਜਿਹੜੀ ਖਬਰ ਹੁਣ ਤੱਕ ਮਿਲ ਰਹੀ ਹੈ ਕਿ ਬੀਤੇ ਕੁਝ ਕੁ ਦਿਨਾਂ ਤੋਂ ਕਿਸਾਨ ਯੂਨੀਅਨਾਂ ਉਹਨਾਂ ਦੇ ਆਗੂ ਚੋਣਾਂ ਨੂੰ ਲੈ ਕੇ ਚਿੰਤਨ ਕਰ ਰਹੇ ਨੇ, ਮੰਥਨ ਕਰ ਰਹੇ ਨੇ ਅਤੇ ਕਰੀਬ 2 ਦਰਜਨ ਤੋਂ ਵੱਧ ਕਿਸਾਨ ਜਥੇਬੰਦੀਆਂ ਪਤਾ ਲੱਗ ਰਿਹਾ ਹੈ ਕਿ ਚੋਣ ਲੜਨ ਵਾਸਤੇ ਹਾਮੀ ਭਰ ਰਹੀਆਂ ਨੇ, ਜਦਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਉਹ ਚੋਣਾਂ ਲੜਨ ਤੋਂ ਸਾਫ਼ ਇਨਕਾਰ ਕਰ ਰਹੀਆਂ ਨੇ। ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਸਾਂਝਾ ਫਰੰਟ ਬਣਾਉਣਗੀਆਂ ਤੇ ਚੋਣਾਂ ਲੜਨ ਦਾ ਫੈਸਲਾ ਤਕਰੀਬਨ ਉਹ ਕਰ ਚੁੱਕੇ ਨੇ ਤੇ ਐਲਾਨ ਕਰਨਾ ਬਾਕੀ ਹੈ। ਇਹਦੇ ਤੋਂ ਪਹਿਲਾਂ ਹਰਿਆਣਾ ਦੇ ਕਿਸਾਨ ਆਗੂ ਨੇ ਗੁਰਨਾਮ ਸਿੰਘ ਚੜੂਨੀ ਉਹ ਪਹਿਲਾਂ ਹੀ ਸੰਯੁਕਤ ਸੰਘਰਸ਼ ਪਾਰਟੀ ਦੇ ਬੈਨਰ ਹੇਠ ਪੰਜਾਬ ਦੀਆਂ ਚੋਣਾਂ ਲੜਨ ਦਾ ਬੀਤੇ ਦਿਨੀ ਐਲਾਨ ਕਰ ਚੁੱਕਿਆ। ਹੁਣ ਸਿਰਫ ਦੇਖਣਾ ਇਹ ਹੋਣਾ ਕਿ ਕੀ ਇਹ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੀ ਇਹ ਸਾਰੇ ਆਗੂ ਚੋਣਾਂ ਲੜਦੇ ਆ ਜਾਂ ਇਹ ਆਪਣੇ ਕੋਈ ਉਮੀਦਵਾਰ ਐਲਾਨਦੇ ਆ। ਅਗਲੀ ਚੀਜ਼ ਇਹ ਦੇਖਣੀ ਹੋਊ ਕਿ ਕੀ ਇਹ ਇਕੱਲੇ ਆਪਣਾ ਫਰੰਟ ਬਣਾ ਕੇ ਚੋਣ ਲੜਦੇ ਆ, ਮੰਚ ਬਣਾ ਕੇ ਚੋਣ ਲੜਦੇ ਆ ਜਾਂ ਕਿਸੇ ਪਾਰਟੀ ਨਾਲ ਗੱਠਜੋੜ ਕਰਦੇ ਆ। ਪਰ ਜਿੰਨੀ ਕੁ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜ ਸਕਦੇ ਆ, ਪਰ ਕਈ ਜਥੇਬੰਦੀਆਂ ਉਹ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਸਾਨੂੰ ਕਿਸੇ ਨਾਲ ਰਲ ਕੇ ਚੋਣ ਨਹੀਂ ਲੜਨੀ ਚਾਹੀਦੀ, ਸਾਨੂੰ ਆਪਣਾ ਵੱਖਰਾ ਮੰਚ ਬਣਾ ਕੇ ਆਪਣੇ ਚੋਣ ਨਿਸ਼ਾਨ ਦੇ ਉੱਤੇ ਚੋਣ ਲੜਨੀ ਚਾਹੀਦੀ ਹੈ। ਪਰ ਹੁਣ ਸਵਾਲ ਹੈ ਕਿ ਇੰਨੇ ਘੱਟ ਸਮੇਂ ਦੇ ਦੌਰਾਨ ਕੀ ਕੋਈ ਚੋਣ ਨਿਸ਼ਾਨ ਮਿਲ ਸਕਦਾ ਹੈ? ਕੀ ਪਾਰਟੀ ਰਜਿਸਟਰਡ ਹੋ ਸਕਦੀ ਹੈ? ਇਹ ਵੱਡਾ ਸਵਾਲ ਹੈ। ਪਰ ਸੂਤਰ ਇਹ ਵੀ ਦੱਸਦੇ ਨੇ, ਸੰਕੇਤ ਮਿਲ ਰਹੇ ਨੇ ਕਿ ਇਸ ਮੰਚ ਦੇ ਵੱਲੋਂ ਸੀਟਾਂ ਦੀ ਵੰਡ ਨੂੰ ਲੈ ਕੇ ਚੋਣ ਲੜੀ ਜਾਊਗੀ ਅਤੇ ਲੜੀ ਜਾਊ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ। ਹੁਣ ਜਿਹੜੀ ਇਹ ਖਬਰ ਸੱਚਮੁੱਚ ਵੱਡੀ ਹੈ ਪੰਜਾਬ ਦੀ ਸਿਆਸਤ ਦੇ ਵਾਸਤੇ, ਔਰ ਫਿਰ ਦੇਖਣਾ ਹੋਏਗਾ ਕਿ ਕੀ ਪੰਜਾਬ ਦੇ ਲੋਕ ਕਿਸਾਨ ਆਗੂਆਂ ਨੂੰ ਜਿਤਾਉਂਦੇ ਆ ਜਾਂ ਫਿਰ ਜਿਹੜੀਆਂ ਰਵਾਇਤੀ ਪਾਰਟੀਆਂ ਜਿਨ੍ਹਾਂ ਨਾਲ ਉਹ ਮੁੱਢੋਂ ਹੀ ਜੁੜੇ ਹੋਏ ਨੇ, ਅਕਾਲੀਆਂ ਨਾਲ, ਭਾਜਪਾ ਨਾਲ, ਕਾਂਗਰਸ ਨਾਲ ਜਾਂ ਆਮ ਆਦਮੀ ਪਾਰਟੀ ਨਾਲ, ਉਹਨਾਂ ਤੋਂ ਉੱਪਰ ਨਹੀਂ ਉੱਠਦੇ। ਇਹ ਤਾਂ ਸਮਾਂ ਦੱਸੇਗਾ। ਪਰ ਅੱਜ ਜਿਹੜੀ ਮੀਟਿੰਗ ਸੱਦੀ ਗਈ ਹੈ, ਪ੍ਰੈਸ ਕਾਨਫਰੰਸ ਸੱਦੀ ਗਈ ਹੈ, ਉਹਦੇ ਵਿੱਚ ਕਿਸਾਨ ਆਗੂਆਂ ਨੇ ਸਾਫ਼ ਕਰ ਦੇਣਾ ਕਿ ਚੋਣਾਂ ਉਹ ਲੜ ਰਹੇ ਨੇ ਅਤੇ ਕਿਹੜੀ ਜਥੇਬੰਦੀ ਲੜ ਰਹੀ ਹੈ। ਅਸਲ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਜਿਹੜੀ ਮੀਟਿੰਗ ਮੁੱਲਾਂਪੁਰ ਦਾਖਾਂ ਦੇ ਵਿੱਚ ਹੋਈ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਚੰਨੀ ਨਾਲ ਜਿਹੜੀ ਮਿਲਣੀ ਹੋਈ ਮੀਟਿੰਗ ਹੋਈ ਉਹਦੀ ਸਮੀਖਿਆ ਤੋਂ ਬਾਅਦ ਇਹ ਐਲਾਨ ਕੀਤਾ ਕਿ ਅਸਲ ਦੇ ਵਿੱਚ ਚੰਨੀ ਸਰਕਾਰ ਜਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਸ਼ਿਆਰੀ ਨਾਲ ਇਸ ਵਕਤ ਮੰਗਾਂ ਤਾਂ ਮੰਨ ਲਊਗਾ ਸਾਰੀਆਂ ਕਿ ਭਾਈ ਤੁਹਾਡਾ ਅਸੀਂ ਕਰਜ਼ਾ ਵੀ ਮੁਆਫ ਕਰ ਦਿਆਂਗੇ, ਆਹ ਵੀ ਕਰ ਦਿਆਂਗੇ, ਉਹ ਵੀ ਕਰ ਦਿਆਂਗੇ। ਪਰ ਹੁਸ਼ਿਆਰੀ ਇਹਦੇ 'ਚ ਕੀ ਹੈ? ਮੰਗਾਂ ਮੰਨ ਲਈਆਂ ਜਾਣਗੀਆਂ ਤੇ ਚੋਣ ਜ਼ਾਬਤੇ ਦੀ ਆੜ ਦੇ ਹੇਠ ਐ ਨਿਕਲ ਜੂ ਕਿ ਭਾਈ ਤੁਹਾਡੀਆਂ ਮੰਗਾਂ ਤਾਂ ਮੈਂ ਮੰਨ ਲਈਆਂ ਸੀ, ਪਰ ਉਹਨੂੰ ਮੇਰੇ ਕੋਲ ਪੂਰਾ ਕਰਨ ਦਾ ਸਮਾਂ ਨਾ ਮਿਲ ਸਕਿਆ, ਚੋਣ ਜ਼ਾਬਤਾ ਲੱਗ ਗਿਆ। ਪਰ ਉਹ ਕਹਿੰਦੇ ਜਿਹੜੀ ਚੰਨੀ ਸਰਕਾਰ ਦੀ ਇਹ ਹੁਸ਼ਿਆਰੀ ਹੈ, ਸਰਕਾਰ ਦੇ ਇਰਾਦੇ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ। ਉਹ ਕਹਿੰਦੇ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ, ਸਮੁੱਚੇ ਕਰਜ਼ੇ ਤੇ ਲੀਕ ਮਾਰਨ ਦਾ ਵਾਅਦਾ ਸੀ। ਹੁਣ ਚਰਨਜੀਤ ਸਿੰਘ ਚੰਨੀ ਇਹ ਨਹੀਂ ਕਹਿ ਸਕਦੇ ਕਿ ਇਹ ਸਰਕਾਰ ਹੋਰ ਹੈ ਤੇ ਉਹ ਸਰਕਾਰ ਹੋਰ ਸੀ, ਕਿਉਂਕਿ ਪਾਰਟੀ ਇੱਕੋ ਹੀ ਸੀ ਜਿਹਦੇ ਉੱਤੇ ਲੋਕਾਂ ਨੇ ਭਰੋਸਾ ਕਰਕੇ 2017 ਦੇ ਵਿੱਚ ਚੋਣਾਂ ਜਿਤਾਈਆਂ। ਉਹ ਕਹਿੰਦੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਸਾਡਾ ਅੰਦੋਲਨ ਰਹਿਣਾ ਜਾਰੀ। ਇਹ ਵੀ ਪਤਾ ਲੱਗਾ ਕਿ ਬੀਤੇ ਦਿਨੀ ਜਿਹੜੀ ਮੀਟਿੰਗ ਹੋਈ ਸੀ ਮੁੱਖ ਮੰਤਰੀ ਨਾਲ, ਉਸ ਦੌਰਾਨ ਆਖਿਆ ਗਿਆ ਸੀ ਕਿ ਅੰਦੋਲਨ ਦੇ ਦੌਰਾਨ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੀ ਯਾਦਗਾਰ ਬਣੇਗੀ, ਇੱਕ ਸਮਾਰਕ ਬਣਾਇਆ ਜਾਏਗਾ। ਅਤੇ ਪੰਜਾਬ ਦਾ ਕੇਂਦਰ ਮੰਨਿਆ ਜਾਂਦਾ ਅੱਜ ਕੱਲ੍ਹ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕੌਮੀ ਮਾਰਗ ਸ਼ੇਰਸ਼ਾਹ ਸੂਰੀ ਮਾਰਗ ਦੇ ਉੱਤੇ 5 ਏਕੜ ਜ਼ਮੀਨ ਦੀ ਸ਼ਨਾਖਤ ਕਰਨ ਦੇ ਵਾਸਤੇ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ ਤੇ ਰਣਜੀਤ ਸਿੰਘ ਨਾਲ ਸੰਬੰਧਿਤ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਅਤੇ ਇਸ ਕਮੇਟੀ ਦੇ ਬਾਬਤ ਉਹ ਕਹਿੰਦੇ ਪੰਜਾਬ ਸਰਕਾਰ ਨੂੰ ਸੂਚਿਤ ਕਰ ਦਿੱਤਾ ਜਾਏਗਾ ਕਿ ਆਹ ਕਮੇਟੀ ਦੱਸੂ ਕਿ ਭਾਈ ਕਿੱਥੇ ਯਾਦਗਾਰ ਬਣਨੀ ਚਾਹੀਦੀ ਹੈ। ਪਰ ਜਿਹੜੀਆਂ ਗੱਲਾਂ ਸ਼ਾਇਦ ਪੰਜਾਬ ਸਰਕਾਰ ਕਰਨਾ ਚਾਹੁੰਦੀ ਹੈ ਕਿ ਹਾਮੀ ਸਾਰੀਆਂ ਗੱਲਾਂ ਦੀ ਭਰਦੇ ਹੋ, ਕਿਸਾਨ ਜਥੇਬੰਦੀ ਨੂੰ ਨਾਰਾਜ਼ ਨਾ ਕਰੀਏ,
ਨਹੀਂ ਤਾਂ ਸਾਡਾ ਇਹਨਾਂ ਨੇ ਘੜੀਸਾ ਪਾ ਦੇਣਾ। ਬਾਅਦ ਵਿੱਚ ਅਸੀਂ ਕਹਾਂਗੇ ਕਿ ਚੋਣ ਜ਼ਾਬਤਾ ਲੱਗ ਗਿਆ। ਕਿਸਾਨ ਆਗੂ ਦੂਰ ਅੰਦੇਸ਼ੀ ਨਾਲ ਇਸ ਵਕਤ ਫੈਸਲੇ ਕਰ ਰਹੇ ਆ। ਜਿਹੜੇ ਲੋਕ ਕਹਿੰਦੇ ਸੀ ਕਿ ਜਿੰਨੀ ਦੇਰ ਤੱਕ ਸੱਤਾ ਤੇ ਤੁਸੀਂ ਕਾਬਜ਼ ਨਹੀਂ ਹੁੰਦੇ ਉਨੀ ਦੇਰ ਤੱਕ ਗੱਲ ਨਹੀਂ ਹੋ ਬਣਨੀ, ਸ਼ਾਇਦ ਅੱਜ ਦਾ ਦਿਨ ਪੰਜਾਬ ਦੀ ਸਿਆਸਤ ਤੇ ਸਿਆਸਤਦਾਨਾਂ ਦੇ ਵਾਸਤੇ ਵੱਡਾ ਦਿਨ ਹੈ। ਵੇਖਿਓ ਕਿ ਕਿਸਾਨ ਆਗੂ, ਕਿਉਂਕਿ ਹੁਣ ਤੱਕ ਤਾਂ ਮੈਂ ਤੁਹਾਨੂੰ ਅੰਦਰ ਦੀਆਂ ਖਬਰਾਂ ਦੱਸ ਰਿਹਾ ਕਿ ਫੈਸਲਾ ਹੋ ਚੁੱਕਿਆ ਹੈ। ਤਕਰੀਬਨ 2 ਦਰਜਨ ਤੋਂ ਵੱਧ ਕਿਸਾਨ ਜਥੇਬੰਦੀਆਂ ਜਾਂ ਉਹਨਾਂ ਦੇ ਆਗੂ ਕਹਿੰਦੇ ਨੇ ਚੋਣਾਂ ਲੜ ਲਈਆਂ ਜਾਣ, ਜੇ ਪੰਜਾਬ ਦੇ ਲੋਕ ਹੀ ਕਹਿੰਦੇ ਆ। ਪਰ ਹਾਲ ਦੀ ਘੜੀ ਮੋਹਰ ਲੱਗਣੀ ਬਾਕੀ ਹੈ। ਜਦੋਂ ਖੁੱਲ੍ਹ ਮਖੁੱਲਾ ਐਲਾਨ ਹੋ ਗਿਆ ਨਾ, ਫਿਰ ਪਿੱਛੂ ਪੈ ਜਾਣੇ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ। ਫਿਰ ਦੇਖਾਂਗੇ, ਤੁਸੀਂ ਵੇਖਿਓ ਕਿ ਫਿਰ ਇਹਨਾਂ ਦੇ ਉੱਤੇ ਇਲਜ਼ਾਮ ਵੀ ਲੱਗਣਗੇ। ਫਿਰ ਇਹ ਵੀ ਕਿਹਾ ਜਾਊਗਾ, ਅੱਜ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਇਹਨਾਂ ਦਾ ਕੰਮ ਸੰਘਰਸ਼ ਕਰਨਾ ਕੋਈ ਨਹੀਂ ਸੀ। ਅਸਲ ਦੇ ਵਿੱਚ ਤਾਂ ਸਿਆਸਤੀ ਕਰਨੀ ਚਾਹੁੰਦੇ ਸੀ, ਅਸਲ ਦੇ ਵਿੱਚ ਤਾਂ ਚੋਣੀ ਲੜਨੀ ਚਾਹੁੰਦੇ ਸੀ, ਅਸਲ ਦੇ ਵਿੱਚ ਫਲਾਣਾ ਧਮਕਾ ਤਾਂ ਮੰਤਰੀ ਜਾਂ ਮੁੱਖ ਮੰਤਰੀ ਉਹ ਬਣਨਾ ਚਾਹੁੰਦਾ ਸੀ। ਆ ਦੇਖ ਲਓ, ਤੁਹਾਡੇ ਸਾਹਮਣੇ ਬਿੱਲੀ ਥੱਲਿਓਂ ਬਾਹਰ ਆ ਗਈ। ਇਹ ਗੱਲਾਂ ਸਿਆਸਤਦਾਨਾਂ ਨੇ ਵੀ ਕਰਨੀਆਂ ਨੇ, ਅਤੇ ਸਿਆਸਤਦਾਨਾਂ ਦੇ ਜਿਹੜੇ ਬਹੁਤ ਝੰਡਾ ਬਰਦਾਰ ਬਣੇ ਹੋਏ ਨੇ, ਚੱਪਲ ਝਾੜ ਬਣੇ ਹੋਏ ਨੇ, ਉਹ ਵੀ ਕਰਨਗੇ, ਕਿਉਂਕਿ ਉਹਨਾਂ ਦੇ ਮੂੰਹ ਦੇ ਵਿੱਚ ਬੋਲ ਪਾਏ ਜਾਣਗੇ। ਅਤੇ ਪਿੰਡਾਂ ਦੇ ਵਿੱਚ ਸੱਚਮੁੱਚ ਦੁਬਾਰਾ ਉਸਰੀਆਂ ਹੋਈਆਂ ਨੇ। ਜੇ ਕੋਈ ਪੱਕਾ ਅਕਾਲੀ ਹੈ ਤਾਂ ਅਕਾਲੀ ਹੈ, ਪੱਕਾ ਕਾਂਗਰਸੀ ਹੈ ਤਾਂ ਕਾਂਗਰਸ ਹੈ, ਪੱਕਾ ਝਾੜੂ ਵਾਲਾ ਤਾਂ ਝਾੜੂ ਵਾਲਾ ਹੈ। ਇਹਨਾਂ ਸਾਰਿਆਂ ਨੇ ਫਿਰ ਕਹਿਣਾ ਹੈ ਕਿ ਆਹ ਦੇਖ ਲਓ ਯਾਰ, ਐਵੇਂ ਇਸ ਤਰ੍ਹਾਂ ਦੇ ਪਿੱਛੇ ਜਾਂਦੇ ਰਹੇ, ਸਾਨੂੰ ਤਾਂ ਅੱਜ ਪਤਾ ਲੱਗਿਆ ਇਹਨਾਂ ਦਾ ਕੰਮ ਹੀ ਚੋਣ ਲੜਨ ਦੇ ਵਾਸਤੇ ਆਹ ਇੱਕ ਪ੍ਰੋਪੇਗੈਂਡਾ ਕਰਨਾ ਸੀ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਗੱਲਾਂ ਬਾਤਾਂ ਸੁਣੋਗੇ। ਅਗਲੀ ਖਬਰ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ ਚੰਡੀਗੜ੍ਹ ਤੋਂ ਕਿਰਨ ਖੇਰ। ਚਰਚਿਤ ਨਾਂ ਹੈ, ਜਾਣਿਆ ਪਹਿਚਾਣਿਆ ਚਿਹਰਾ ਹੈ। ਉਹਨਾਂ ਨੇ ਦਰਅਸਲ ਇੱਕ ਟਵੀਟ ਕੀਤਾ ਤੇ ਟਵੀਟ ਦੇ ਉੱਤੇ ਸਿਆਸਤ ਤੇ ਟਵੀਟ ਦੇ ਵਿੱਚੋਂ ਬੋ ਕਾਹਦੀ ਆਉਂਦੀ ਹੈ, ਤੁਸੀਂ ਖਬਰ ਤੋਂ ਬਾਅਦ ਆਪਣੇ ਆਪ ਅੰਦਾਜ਼ਾ ਲਾ ਲਿਓ। ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਚੋਣਾਂ ਨੇ, ਉਹਦੇ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਇਹ ਸੰਸਦ ਮੈਂਬਰ ਲੋਕਾਂ ਤੋਂ ਵੋਟਾਂ ਤਾਂ ਮੰਗ ਰਹੀ ਹੈ, ਪਰ ਫਿਰਕੂ ਪੱਤਾ ਖੇਡਣ ਦੀ ਕੋਸ਼ਿਸ਼ ਹੈ। ਅਸਲ ਦੇ ਵਿੱਚ ਜਿਹੜਾ ਉਹਨਾਂ ਨੇ ਟਵੀਟ ਕੀਤਾ ਹੈ, ਉਹਨਾਂ ਨੇ ਆਖਿਆ ਕਿ ਸਿੱਖ ਵਿਰੋਧੀ ਕਤਲੇਆਮ, ਪਰ ਉਹਨਾਂ ਨੇ ਕਤਲੇਆਮ ਨਹੀਂ ਲਿਖਿਆ, ਉਹਨਾਂ ਨੇ ਦੰਗੇ ਲਿਖਿਆ। ਪਰ ਮੈਂ ਸ਼ਬਦ ਕਤਲੇਆਮ ਦੀ ਵਰਤੋਂ ਕਰ ਰਿਹਾ। ਉਹ ਕਹਿੰਦੇ ਸਿੱਖ ਵਿਰੋਧੀ ਕਤਲੇਆਮ ਅਤੇ ਆਪਰੇਸ਼ਨ ਬਲੂ ਸਟਾਰ ਦੀ ਯਾਦ ਤੁਹਾਨੂੰ ਦਿਵਾਉਣੀ ਹੈ ਮੈਂ, ਇਹ ਭੁੱਲ ਨਾ ਜਾਇਓ। ਪਰ ਸ਼ਾਇਦ ਕਿਰਨ ਖੇਰ ਨੂੰ ਪਤਾ ਨਹੀਂ ਸੀ ਕਿ ਜੇ 30-35 ਸਾਲ ਹੋਣ ਦੇ ਬਾਵਜੂਦ, ਤਕਰੀਬਨ ਹੁਣ ਤਾਂ 40 ਸਾਲ ਹੋਣ ਵਾਲੇ ਹੈ, 37 ਸਾਲ ਹੋ ਗਏ, ਜੇਕਰ 37-38 ਸਾਲਾਂ ਤੋਂ ਬਾਅਦ ਲੋਕ ਉਹ ਭੁੱਲੇ ਨਹੀਂ ਤਾਂ ਕਿਸਾਨ ਅੰਦੋਲਨ ਨੂੰ ਤਾਂ ਹਲੇ ਹੋਇਆ ਹੀ ਬੜਾ ਦਿਨ ਨਹੀਂ, ਬਹੁਤਾ ਚਿਰ ਨਹੀਂ ਹੋਇਆ। ਲੋਕਾਂ ਨੇ ਨਾਲ ਹੀ ਰੀਟਵੀਟ ਵੀ ਕਰ ਦਿੱਤਾ, ਲੋਕਾਂ ਨੇ ਕਮੈਂਟ ਵੀ ਕਰ ਦਿੱਤੇ ਕਿ ਅਸੀਂ ਵੀ ਨਹੀਂ ਭੁੱਲੇ ਕਿਸਾਨ ਅੰਦੋਲਨ। ਅਸਲ ਦੇ ਵਿੱਚ ਕਿਰਨ ਖੇਰ ਨੇ ਟਵੀਟ ਜਿਹੜਾ ਕੀਤਾ ਉਹ ਨਿਗਮ ਚੋਣਾਂ ਦੇ ਮੱਦੇਨਜ਼ਰ ਕੀਤਾ। ਇਹ ਜਿਹੜੀ ਪੋਸਟ ਸ਼ੇਅਰ ਕੀਤੀ ਆ ਉਹਦਾ ਜਵਾਬ ਕਰਾਰਾ ਮਿਲਿਆ। ਉਹ ਕਹਿੰਦੇ ਕਿਸਾਨ ਅੰਦੋਲਨ ਦੀ ਅਸੀਂ ਨਾਲ ਪੋਸਟ ਸ਼ੇਅਰ ਕਰ ਰਹੇ ਹਾਂ, ਬੀਬਾ ਜੀ ਇਹ ਵੀ ਪੜ੍ਹ ਲਓ। ਕਿਰਨ ਖੇਰ ਨੇ ਟਵੀਟ ਦੇ ਵਿੱਚ ਕੀ ਲਿਖਿਆ ਕਿ ਚੰਡੀਗੜ੍ਹ ਦੇ ਲੋਕ ਨਿਗਮ ਚੋਣਾਂ ਵਿੱਚ ਵੋਟ ਕਰਨ ਅਤੇ ਮੈਂ ਅਪੀਲ ਕਰਦੀ ਹਾਂ ਕਿ ਆਪਰੇਸ਼ਨ ਬਲੂ ਸਟਾਰ ਅਤੇ ਦੰਗੇ ਨਾ ਭੁੱਲਿਓ। ਨਾਲ ਹੀ ਕਾਂਗਰਸ ਨੂੰ ਸਿੱਖ ਵਿਰੋਧੀ ਕਤਲੇਆਮ ਅਤੇ ਕਾਂਗਰਸੀ ਗੁੰਡਿਆਂ ਨੂੰ ਵੀ ਨਾ ਤੁਸੀਂ ਭੁੱਲਿਓ। ਇਹ ਟਵੀਟ 'ਚ ਉਹਨਾਂ ਨੇ ਲਿਖਿਆ ਤੇ ਨਾਲ ਉਹਨਾਂ ਨੇ ਉਸ ਕਤਲੇਆਮ ਦੀ ਇੱਕ ਫੋਟੋ ਵੀ ਸ਼ੇਅਰ ਕਰ ਦਿੱਤੀ, ਅਟੈਚ ਕਰ ਦਿੱਤੀ। ਤੇ ਇਹਦੇ ਜਵਾਬ ਦਾ ਜਿਹੜਾ ਟਵੀਟ ਕੀਤਾ ਗਿਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਹਦੇ ਜਵਾਬ ਦੇ ਵਿੱਚ ਇੱਕ ਵਿਅਕਤੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਫੌਜ ਭੇਜਣ ਦੀ ਮੰਗ ਕਰਨ ਲਈ ਆ ਰੈਲੀ ਕੱਢੀ ਸੀ ਤੁਹਾਡੇ ਕੁਝ ਭਾਜਪਾ ਦੇ ਆਗੂਆਂ ਨੇ। ਇਹ ਵੀ ਦੇਖ ਲਓ। ਇੱਕ ਨੇ ਲਿਖਿਆ ਸ਼ੇਮਫੁੱਲ। ਇਹਦੇ ਨਾਲੋਂ ਇੱਕ ਨੇ ਬੜਾ ਚੰਗਾ ਜਵਾਬ ਦਿੱਤਾ। ਉਹ ਕਹਿੰਦੇ ਚੰਗਾ ਹੁੰਦਾ ਤੁਸੀਂ ਆ ਫਿਰਕੂ ਪੱਤਾ ਖੇਡਣ ਦੀ ਬਜਾਏ ਇਹ ਦੱਸ ਦੇ ਕਿ ਬੀਤੇ ਵਰਿਆਂ 'ਚ ਚੰਡੀਗੜ੍ਹ ਵਾਸਤੇ ਤੁਸੀਂ ਕੀਤਾ ਕੀ ਆ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਤਸਵੀਰਾਂ ਵੀ ਯਾਦ ਨੇ, ਸਾਡੇ ਕੋਲ ਤਸਵੀਰਾਂ ਹੋਰ ਬਥੇਰੀਆਂ ਨੇ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ, ਪਰ ਤੁਹਾਡੀ ਟਿੱਪਣੀ ਦਾ, ਤੁਹਾਡੇ ਜਵਾਬ ਦਾ ਸਾਨੂੰ ਇੰਤਜ਼ਾਰ ਰਹੂ। ਕਈਆਂ ਨੇ ਤਾਂ ਕਿਸਾਨ ਅੰਦੋਲਨ ਦੀਆਂ ਤਸਵੀਰਾਂ ਸ਼ੇਅਰ ਕਰ ਦਿੱਤੀਆਂ ਅਤੇ ਕਈਆਂ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀਆਂ ਤਸਵੀਰਾਂ ਸ਼ੇਅਰ ਕਰ ਦਿੱਤੀਆਂ। ਮੈਨੂੰ ਲੱਗਦਾ ਕਿ ਇਹ ਕਰਾਰਾ ਥੱਪੜ ਹੈ, ਚਪੇੜ ਹੈ ਕਿਰਨ ਖੇਰ ਤੇ ਵੀ ਤੇ ਭਾਰਤੀ ਜਨਤਾ ਪਾਰਟੀ ਤੇ ਵੀ। ਜਿਹੜੇ ਸੋਚਦੇ ਆ ਨਾ, ਕੈਪਟਨ ਅਮਰਿੰਦਰ ਸਿੰਘ ਵੀ ਸੋਚੀ ਜਾਂਦੇ ਆ, ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੀ ਸੋਚੀ ਜਾਂਦੀ ਹੈ ਕਿ ਅਸੀਂ ਕਾਨੂੰਨ ਵਾਪਸ ਲੈ ਲਏ, ਹੁਣ ਲੋਕ ਸਭ ਕੁਝ ਭੁੱਲ ਗਏ ਹੋਣਗੇ। ਜੇ ਤੁਸੀਂ ਉਹਨਾਂ ਨੂੰ ਚੇਤਾ ਕਰਵਾਉਂਦੇ ਹੋ ਕਿ 1984 ਨਾ ਭੁੱਲਿਓ, ਆਪਰੇਸ਼ਨ ਬਲੂ ਸਟਾਰ ਨਾ ਭੁੱਲਿਓ, ਤਾਂ ਫਿਰ ਇਹ ਯਾਦ ਰੱਖੋ ਕਿ 700 ਤੋਂ ਵੱਧ ਕਿਸਾਨਾਂ ਨੇ ਸ਼ਹੀਦੀਆਂ ਦੇ ਦਿੱਤੀਆਂ, ਭੁੱਲਿਆ ਉਹਨਾਂ ਤੋਂ ਉਹ ਵੀ ਨਹੀਂ ਜਾਣਾ। ਤੇ ਕਹਿੰਦੇ ਛੱਜ ਤਾਂ ਬੋਲੇ
ਛਾਨਣੀ ਕੀ ਬੋਲੇ। ਰਾਣਾ ਸੋਢੀ ਨਵੇਂ ਭਗਵਾ ਕਰਨ ਕਰਕੇ ਭਾਜਪਾਈਏ ਬਣੇ ਨੇ ਤੇ ਉਹਨਾਂ ਨੂੰ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਅੰਤਾਂ ਦਾ ਨਿਗਾਰ ਨਜ਼ਰ ਆ ਰਿਹਾ ਹੈ। ਮੈਂ ਯਾਦ ਕਰਵਾ ਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਵਿੱਚ ਖੇਡ ਮੰਤਰੀ ਹੋਇਆ ਕਰਦੇ ਸੀ ਰਾਣਾ ਗੁਰਮੀਤ ਸਿੰਘ ਸੋਢੀ। ਨਵੇਂ ਭਗਵਾ ਕਰਨ ਕਰਕੇ ਹਟਿਆ, ਉਹ ਨਵੇਂ ਭਾਜਪਾ 'ਚ ਗਿਆ, ਕਮਲ ਦਾ ਫੁੱਲ ਫੜਿਆ। ਬੀਤੀ ਦੇਰ ਰਾਤ ਢਕੌਲੀ ਪਹੁੰਚੇ, ਭਾਜਪਾ ਦੇ ਸੀਨੀਅਰ ਆਗੂ ਸੰਜੀਵ ਖੰਨਾ ਦੇ ਦਫ਼ਤਰ ਪਹੁੰਚੇ। ਇਹ ਵੀ ਤੁਹਾਨੂੰ ਮੈਂ ਯਾਦ ਕਰਵਾ ਦਿਆਂ ਕਿ ਗੁਰੂ ਹਰਸਹਾਏ ਤੋਂ ਕਾਂਗਰਸ ਪਾਰਟੀ ਦੇ 4 ਵਾਰ ਵਿਧਾਇਕ ਰਹੇ, ਭਾਵ 4 ਵਾਰੀ ਉਹਨਾਂ ਨੂੰ ਟਿਕਟ ਦਿੱਤੀ ਕਾਂਗਰਸ ਪਾਰਟੀ ਨੇ, ਉਹਨਾਂ 'ਚ ਵਿਸ਼ਵਾਸ ਪ੍ਰਗਟਾਇਆ ਕਾਂਗਰਸ ਪਾਰਟੀ ਨੇ। ਪਰ ਹੁਣ ਉਹ ਕੀ ਕਹਿੰਦੇ ਆ? ਉਹ ਕਹਿੰਦੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਗਲਤ ਨੇ, ਉਹ ਕਾਂਗਰਸ ਨੂੰ ਅਲਵਿਦਾ ਆਖ ਚੁੱਕੇ ਨੇ, ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਭਾਜਪਾ ਦੇ ਵਿੱਚ ਕਹਿੰਦੇ ਮੇਰਾ ਸ਼ਾਨਦਾਰ ਸਵਾਗਤ ਹੋਇਆ ਹੈ। ਤੇ ਉਸ ਮੌਕੇ ਉੱਥੇ ਪੱਤਰਕਾਰ ਵੀ ਪਹੁੰਚੇ ਹੋਏ ਸੀ ਤੇ ਉਹਨਾਂ ਨਾਲ ਜਦੋਂ ਰਾਣਾ ਸੋਢੀ ਗੱਲਬਾਤ ਕਰ ਰਹੇ ਸੀ, ਉਹ ਕਹਿੰਦੇ ਪੰਜਾਬ ਦੇ ਵਿੱਚ ਸਿਆਸਤ ਦਾ ਗ੍ਰਾਫ ਦਿਨ ਬ ਦਿਨ ਡਿੱਗਦਾ ਹੀ ਜਾ ਰਿਹਾ ਹੈ। ਹੁਣ ਤੁਸੀਂ ਦੇਖੋ ਕਿ ਇਹ ਗੱਲ ਕੌਣ ਕਹਿ ਰਿਹਾ ਹੈ। ਜੇਕਰ ਕਾਂਗਰਸ ਵਾਲੇ ਉਹਨੂੰ ਮੰਤਰੀ ਮੰਡਲ ਦੇ ਵਿੱਚ ਅੱਜ ਵੀ ਰੱਖਦੇ, ਚੰਨੀ ਮੰਤਰੀ ਮੰਡਲ ਦੇ ਵਿੱਚ ਉਹ ਖੇਡ ਮੰਤਰੀ ਜਾਂ ਕੋਈ ਹੋਰ ਮੰਤਰਾਲੇ ਦੇ ਮੁਖੀ ਹੁੰਦੇ, ਕਿ ਫਿਰ ਸਿਆਸਤ ਦਾ ਜਿਹੜਾ ਗ੍ਰਾਫ ਉੱਚਾ ਤੇ ਸੁੱਚਾ ਰਹਿਣਾ ਸੀ। ਜਨਾਬ ਜੀ ਨੂੰ ਕਾਂਗਰਸ ਪਾਰਟੀ ਨੇ 4 ਵਾਰ ਟਿਕਟ ਦਿੱਤੀ, ਮੰਤਰੀ ਦੇ ਅਹੁਦੇ ਨਾਲ ਨਵਾਜਿਆ ਤੇ ਅੱਜ ਉਹੀ ਦੱਸੀ ਜਾ ਰਹੇ ਨੇ ਕਿ ਸਿਆਸਤ ਦਾ ਗ੍ਰਾਫ ਹੇਠਾਂ ਡਿੱਗ ਪਿਆ। ਪਰਿਵਾਰ ਛੱਡ ਕੇ ਧੁਲੀ ਜਾਂਦਾ ਹੈ, ਪਰਿਵਾਰ ਦੇ ਅੰਦਰ ਰਹਿ ਕੇ ਉਹਨੂੰ ਦੱਸਿਆ ਜਾਂਦਾ ਹੈ ਕਿ ਭਾਈ ਆਹ ਗਲਤੀਆਂ ਨੇ, ਆਹ ਕਸੂਰ ਨੇ, ਇਹਨੂੰ ਠੀਕ ਕਰੋ। ਜੇ ਤੁਹਾਨੂੰ ਲੱਗਦਾ ਸੀ ਕਿ ਕਾਂਗਰਸ ਦਾ ਗ੍ਰਾਫ ਦਿਨ ਪ੍ਰਤੀ ਦਿਨ ਡਿੱਗ ਰਿਹਾ ਹੈ ਤਾਂ ਤੁਸੀਂ ਛੜੱਪਾ ਮਾਰਿਆ ਤੇ ਤੁਸੀਂ ਉਸ ਪਾਰਟੀ 'ਚ ਗਏ ਜਿਹਦਾ ਗ੍ਰਾਫ ਇਸ ਵਕਤ ਬਹੁਤ ਉੱਚਾ ਹੈ। ਉਹ ਉੱਚੇ ਗ੍ਰਾਫ ਦਾ ਮੈਂ ਜ਼ਿਕਰ ਕਰਕੇ ਹਟਿਆ ਕਿ ਵੋਟਾਂ ਦੇਖੋ ਕੰਮ ਨੂੰ ਆਧਾਰ ਬਣਾ ਕੇ ਨਹੀਂ ਮੰਗੀਆਂ, ਵੋਟਾਂ 84 ਦਾ ਕਤਲੇਆਮ ਅਤੇ ਆਪਰੇਸ਼ਨ ਬਲੂ ਸਟਾਰ, ਜੀ ਹਾਂ ਆਪਰੇਸ਼ਨ ਬਲੂ ਸਟਾਰ ਦਾ ਜ਼ਿਕਰ ਕਰਕੇ ਮੰਗੀਆਂ ਗਈਆਂ ਨੇ। ਹੁਣ ਰਾਣਾ ਸੋਢੀ ਜੀ ਨੂੰ ਲੱਗਦਾ ਕਿ ਉਹਦਾ ਗ੍ਰਾਫ ਚੰਗਾ ਤੇ ਇੱਧਰਲਿਆਂ ਦਾ ਗ੍ਰਾਫ ਨੀਵਾਂ ਹੈ। ਤੁਸੀਂ ਦੇਖੋ, ਖੈਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਪੰਜਾਬ ਦੇ ਹਾਲਾਤ ਨੇ ਇਸ ਵਕਤ ਚਿੰਤਾਜਨਕ ਨੇ। ਫਿਰ ਚਿੰਤਾਜਨਕ ਜੇ ਹਾਲਾਤ ਨੇ ਤਾਂ ਉਹਨਾਂ ਤੋਂ ਪੁੱਛਿਆ ਗਿਆ ਕਿ ਬਚਾ ਕੌਣ ਸਕਦਾ ਪੰਜਾਬ ਨੂੰ? ਉਹ ਕਹਿੰਦੇ ਹਾਂ ਇਹ ਮੈਂ ਦੱਸਦਾ। ਉਹ ਕਹਿੰਦੇ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਤਾਂ ਉਹ ਸਿਰਫ ਭਾਜਪਾ ਬਚਾ ਸਕਦੀ ਹੈ। ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਣਾ ਸੋਢੀ ਜੀ ਦੇ ਇਹ ਬਿਆਨ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੇ ਨੇ ਕਿ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਤਾਂ ਭਾਜਪਾ ਬਚਾ ਸਕਦੀ ਹੈ। ਪਹਿਲਾਂ ਦੇ ਕਦੇ ਬਿਆਨ ਕੱਢ ਕੇ ਉਹਨਾਂ ਦੇ ਸੁਣ ਲਿਓ। ਹੁਣ ਉਹ ਕਹਿੰਦੇ ਇਸ ਮੌਕੇ ਦੇ ਉੱਤੇ ਇਹਨਾਂ ਹਾਲਾਤਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਿਰਫ ਪੰਜਾਬ ਨੂੰ ਬਚਾ ਸਕੂ। ਉਹ ਕਹਿੰਦੇ ਕਾਂਗਰਸ ਨੇ ਪੰਜਾਬ ਦੀ ਸੁਰੱਖਿਆ ਤੇ ਭਾਈਚਾਰਕ ਸਾਂਝ ਇਸ ਵਕਤ ਦਾਅ ਤੇ ਲਾ ਦਿੱਤੀ ਹੈ। ਕਾਂਗਰਸ ਦਾ ਧਰਮ ਨਿਰਪੱਖ ਅਕਸ਼ ਹੁਣ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ। ਕਾਂਗਰਸ ਅੰਦਰ ਆਪਸੀ ਕਲੇਸ਼ ਪੰਜਾਬ ਨੂੰ ਖਤਰਨਾਕ ਸਥਿਤੀ 'ਚ ਲਿਜਾ ਰਿਹਾ ਹੈ। ਦੇਖੋ, ਇਹਨਾਂ ਗੱਲਾਂ ਤੋਂ ਇਨਕਾਰ ਭਾਵੇਂ ਨਹੀਂ ਕੀਤਾ ਜਾ ਸਕਦਾ, ਪਰ ਕੀ ਫਿਰਕੂ ਪੱਤਾ ਕਾਂਗਰਸੀ ਖੇਡਦੀ ਹੈ? ਤੁਸੀਂ ਕਮੈਂਟ ਬਾਕਸ 'ਚ ਲਿਖ ਦਿਓ ਕਿ ਭਾਰਤੀ ਜਨਤਾ ਪਾਰਟੀ ਬਿਲਕੁਲ ਇਹ ਕੰਮ ਨਹੀਂ ਕਰਦੀ। ਮੈਂ ਅੱਜ ਪੰਜਾਬ ਬੋਲਦਾ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਕੁਝ ਲੋਕ ਆਪਣੇ ਆਪ ਨੂੰ ਧਰਮੀ ਕਹਿੰਦੇ ਸੀ ਤੇ ਦੂਸਰੇ ਪਾਸੇ ਕਹਿੰਦੇ ਸੀ ਕਿ ਮੁਸਲਮਾਨਾਂ ਨੂੰ ਭਾਈ ਠੋਕ ਦਿਓ, ਅਤ ਆਧੁਨਿਕ ਹਥਿਆਰ ਖਰੀਦੋ, ਤੁਹਾਡੇ ਨਾਲ ਇਹ ਤਲਵਾਰ ਤੋਂ ਵੀ ਵੱਡੇ ਨਹੀਂ ਜਾਣੇ। ਤੇ ਇਹਨਾਂ ਦੀ ਪਾਰਟੀ ਦੇ ਕੁਝ ਮੈਂਬਰ ਪਾਰਲੀਮੈਂਟ ਬਹੁਤ ਕਈ ਵਾਰੀ ਇਸ ਤਰ੍ਹਾਂ ਨੀਵੇਂ ਦਰਜੇ ਦੀ ਬਿਆਨਬਾਜ਼ੀ ਕਰਦੇ ਆ ਅਤੇ ਫਿਰਕੂ ਪੱਤਾ ਖੇਡਣ ਤੋਂ ਗੁਰੇਜ਼ ਨਹੀਂ ਕਰਦੇ। ਤੇ ਹੁਣ ਇਹ ਪਾਠ ਪੜ੍ਹਾਉਣਗੇ ਕਿ ਭਾਜਪਾ ਚੰਗੀ ਤੇ ਕਾਂਗਰਸ ਮਾੜੀ। ਉਹ ਕਹਿੰਦੇ ਕਾਂਗਰਸੀ ਆਗੂਆਂ ਨੂੰ ਆਪਣੀ ਪਾਰਟੀ ਦੇ ਅੱਗੇ ਕੋਈ ਪੱਖ ਰੱਖਣ ਦਾ ਹੱਕ ਹੀ ਹੈ ਨਹੀਂ। ਮੈਂ ਯਾਦ ਕਰਵਾ ਦਿਆਂ ਕਿ ਜਿਹੜੀ ਪਾਰਟੀ 'ਚ ਤੁਸੀਂ ਆਪ ਹੋ ਕੈਬਨਿਟ ਮੰਤਰੀ ਰਹੇ ਹੈ, ਅਨਿਲ ਜੋਸ਼ੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ 'ਚ ਹੁੰਦੇ ਸੀ, ਉਹਨਾਂ ਨੇ ਆਪਣਾ ਪੱਖ ਹੀ ਰੱਖਿਆ ਸੀ ਭਾਈ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ, ਕਾਨੂੰਨ ਰੱਦ ਕਰ ਦਿਓ। ਹੁਣ ਕੀਤੇ ਵੀ ਤਾਂ ਹੈ। ਉਹਨਾਂ ਨੂੰ ਨੋਟਿਸ ਦੇ ਕੇ ਪਾਰਟੀ 'ਚੋਂ ਕੱਢ ਕੇ ਮਾਰਿਆ ਸੀ। ਉਹ ਕਹਿੰਦੇ ਸੀ ਮੇਰੇ ਸਵਾਲ ਦਾ ਜਵਾਬ ਤਾਂ ਦੇ ਦਿਓ, ਮੈਂ ਗਲਤ ਕੀ ਕਹਿ ਦਿੱਤਾ, ਮੈਂ ਤਾਂ ਪਾਰਟੀ ਦੇ ਹੱਕ ਦੀ ਗੱਲ ਕੀਤੀ ਹੈ। ਕੀ ਫਿਰ ਭਾਜਪਾ ਦੇ ਵਿੱਚ ਇਹ ਹੱਕ ਹੈ ਜਾਂ ਨਹੀਂ? ਉਹ ਕਹਿੰਦੇ ਇਹਨਾਂ ਗੱਲਾਂ ਦੇ ਕਾਰਨ ਮੈਂ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ। ਪੱਤਰਕਾਰਾਂ ਨੇ ਕਈ ਹੋਰ ਸਵਾਲ ਵੀ ਪੁੱਛੇ। ਰਾਣਾ ਸੋਢੀ ਨੇ ਕਿਹਾ ਕਿ ਅਜੇ ਵੀ ਉਹ ਕੈਪਟਨ ਅਮਰਿੰਦਰ ਦੇ ਕਰੀਬੀ ਨਹੀਂ। ਜਦੋਂ ਉਹਨੂੰ ਪੁੱਛਿਆ ਗਿਆ ਕਿ ਕੈਪਟਨ ਨਾਲ ਤਾਂ ਤੁਹਾਡਾ ਪਿਆਲਾ ਸਾਂਝਾ ਸੀ, ਬਈ ਕੈਪਟਨ ਤਾਂ ਤੁਸੀਂ ਬੜੇ ਨੇੜੇ ਸੀ, ਜੇ ਤੁਹਾਨੂੰ ਕਾਂਗਰਸ ਪਾਰਟੀ ਮਾੜੀ ਲੱਗਦੀ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਾੜੀ ਲੱਗੀ ਹੈ, ਉਹ ਵੀ ਕਹਿੰਦੇ ਸੀ ਮੈਨੂੰ ਜ਼ਲੀਲ ਕੀਤਾ ਗਿਆ, ਤਾਂ ਫਿਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾਂਦੇ। ਉਹ ਕਹਿੰਦੇ ਉਹਨਾਂ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ। ਇੱਕ ਹੋਰ ਸਵਾਲ ਕਰ ਲਿਆ ਉਹਨਾਂ ਨੂੰ
ਕਿ ਇਹ ਦੱਸੋ ਕਿ ਜਿਹੜੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ, ਪੰਜਾਬ 'ਚ ਸਰਕਾਰ ਕਿਹਦੀ ਬਣੂ? ਭਾਜਪਾ ਦੀ ਬਣੂ। ਜੇ ਭਾਜਪਾ ਦੀ ਬਣੂ ਤਾਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੈ? ਉਹ ਕਹਿੰਦੇ ਦੇਖੋ ਬਈ, ਮੈਂ ਖੁਦ ਕਿਸਾਨ ਆ, ਪਰ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਸਹੀ ਢੰਗ ਨਾਲ ਕੇਂਦਰ ਸਰਕਾਰ ਤੱਕ ਪਹੁੰਚਾਇਆ ਹੁੰਦਾ ਤਾਂ ਇਹ ਖੇਤੀ ਕਾਨੂੰਨ ਪਹਿਲਾਂ ਹੀ ਰੱਦ ਹੋ ਜਾਣੇ ਸੀ। ਹੁਣ ਮੈਂ ਇੱਥੇ ਫੇਰ ਇੱਕ ਟਿੱਪਣੀ ਕਰਦਾ ਉਹਨਾਂ ਦੇ ਬਿਆਨ ਦੇ ਉੱਤੇ, ਕਿਉਂਕਿ ਜਿਸ ਵਕਤ ਇਹ ਕਾਨੂੰਨ ਬਣਦੇ ਆ ਉਸ ਵਕਤ ਤੁਸੀਂ ਮੰਤਰੀ ਮੰਡਲ ਚੋਂ, ਕੈਪਟਨ ਅਮਰਿੰਦਰ ਸਿੰਘ ਤਾਂ ਸਤੰਬਰ ਦੇ ਮਹੀਨੇ ਸਰਕਾਰ ਦੇ ਅਹੁਦੇ ਤੋਂ ਲਾਂਭੇ ਹੋਏ ਆ, ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋਏ ਆ। ਉਨੀ ਦੇਰ ਤੱਕ ਤਾਂ ਤੁਸੀਂ ਹਲਵਾ ਮੰਡਾ ਵਿੱਚੇ ਛਕਦੇ ਸੀ। ਇਹਦਾ ਮਤਲਬ ਜਿਹੜਾ ਤੁਸੀਂ ਜਵਾਬ ਦੇ ਰਹੇ ਹੋ, ਜੇ ਪੰਜਾਬ ਸਰਕਾਰ ਕਿਸਾਨਾਂ ਦਾ ਪੱਖ ਕੇਂਦਰ ਸਰਕਾਰ ਤੱਕ ਸਹੀ ਪਹੁੰਚਾਉਂਦੀ ਤਾਂ ਕਾਨੂੰਨ ਪਹਿਲਾਂ ਰੱਦ ਹੋ ਜਾਣੇ ਸੀ। ਇਹਦਾ ਮਤਲਬ ਜ਼ਿੰਮੇਵਾਰੀ ਤੁਸੀਂ ਵੀ ਕਬੂਲੋ ਕਿ ਸਤੰਬਰ ਮਹੀਨੇ ਤੱਕ ਤਾਂ ਤੁਸੀਂ ਖੇਡ ਮੰਤਰੀ ਰਹੇ, ਕੈਬਨਿਟ 'ਚ ਬੈਠੇ ਸੀ। ਇਹਦਾ ਮਤਲਬ ਤੁਸੀਂ ਆਪਣੀ ਕੋਈ ਜ਼ਿੰਮੇਵਾਰੀ ਨਿਭਾਈ। ਇਹਦਾ ਮਤਲਬ ਹੈ ਜਿਹੜੀ ਉਂਗਲ ਕਿਸੇ ਵੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਪਹਿਲਾਂ ਤੁਹਾਡੇ ਵੱਲ ਹੋਈ ਹੈ। ਤੇ ਹੁਣ ਹੋਰ ਭਾਵੇਂ ਉਹਨਾਂ ਨੂੰ ਕੁਛ ਮਿਲੇ ਨਾ ਮਿਲੇ, ਟਿਕਟ ਵੀ ਪੱਕੀ ਹੈ ਉਹਨਾਂ ਦੀ, ਤੇ ਨਾਲ ਲੀਡਰ ਬਣ ਜਾ ਯਾਰ ਸਲਾਮਾਂ ਹੋਣਗੀਆਂ, ਗਨਮੈਨ ਰੱਖ ਲੈ 4 ਸਲਾਮਾਂ ਹੋਣਗੀਆਂ। ਹੁਣ ਲੀਡਰ ਉਹੀ ਆਪਣੇ ਆਪ ਨੂੰ ਉਨਾ ਹੀ ਵੱਡਾ ਸਮਝਦਾ ਜਿੰਨੀ ਵੱਡੀ ਉਹਦੀ ਸੁਰੱਖਿਆ ਦਾ ਘੇਰਾ ਹੋਵੇ, ਸੁਰੱਖਿਆ ਛਤਰੀ ਹੋਵੇ। ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਨੇ ਰਾਣਾ ਸੋਢੀ, ਤੇ ਨਾਲ ਹੀ ਕੇਂਦਰ ਸਰਕਾਰ ਨੇ ਜਿਹੜਾ ਤੋਹਫਾ ਦਿੱਤਾ ਨਾ, ਜ਼ੈਡ ਸੁਰੱਖਿਆ ਦਾ ਘੇਰਾ ਦੇ ਦਿੱਤਾ ਹੈ। ਰਾਣਾ ਸੋਢੀ 21 ਦਸੰਬਰ ਨੂੰ ਭਾਜਪਾ 'ਚ ਸ਼ਾਮਲ ਹੋਏ ਸੀ, ਭਾਜਪਾ ਦੀ ਮੈਂਬਰੀ ਕੀ ਮਿਲੀ, ਨਾਲ ਹੀ ਸੋਢੀ ਨੂੰ ਜ਼ੈਡ ਸੁਰੱਖਿਆ ਵੀ ਮਿਲ ਗਈ ਹੈ। ਇਹ ਹੈ ਪੰਜਾਬ ਦੇ ਵਿੱਚ, ਕਹਿੰਦੇ ਨੇ ਕਿ ਸਾਡੇ ਕੋਲੇ ਭਾਈ ਖਜ਼ਾਨਾ ਹੈ ਨਹੀਂ, ਕੇਂਦਰ ਸਰਕਾਰ ਕੋਲ ਵੀ ਸਕੀਮਾਂ ਹੈ ਨਹੀਂ, ਪੈਸਾ ਹੈ ਨਹੀਂ, ਸੂਬਾ ਸਰਕਾਰਾਂ ਕੋਲ ਵੀ ਪੈਸਾ ਹੈ ਨਹੀਂ। ਆ ਮੰਤਰੀਆਂ ਦੀ ਸੁਰੱਖਿਆ ਦੇ ਉੱਤੇ ਕਰੋੜਾਂ ਰੁਪਈਆ, ਅਰਬਾਂ ਰੁਪਈਆ ਖਰਚ, ਇਹਨਾਂ ਦੇ ਉਡਣ ਖਟੋਲਿਆਂ ਤੇ ਅਰਬਾਂ ਖਰਬਾਂ ਖਰਚ, ਤੇ ਪੰਜਾਬ ਦੇ ਲੋਕ ਜਾਂ ਭਾਰਤ ਦੇ ਲੋਕ ਭੁੱਖੇ ਮਰਦੇ ਆ ਤਾਂ ਮਰਦੇ ਰਹਿਣ। ਦੋਸਤੋ, ਰਾਣਾ ਸੋਢੀ ਦੱਸ ਰਹੇ ਸੀ ਕਿ ਪੰਜਾਬ ਦੇ ਵਿੱਚ ਸਿਆਸਤ ਦਾ ਗ੍ਰਾਫ ਹੇਠਾਂ। ਸੋਢੀ ਸਾਹਿਬ ਦੱਸ ਦੇਣ ਕਿ ਜ਼ੈਡ ਸੁਰੱਖਿਆ ਲੈਣ ਦੀ ਕਿਉਂ ਨੌਬਤ ਆ ਗਈ। ਤੁਸੀਂ ਤਾਂ ਲੋਕਾਂ ਦੇ ਕੰਮ ਆਉਣੇ ਹੋ, ਤੁਹਾਡਾ ਗ੍ਰਾਫ ਤਾਂ ਉੱਚਾ, ਤੁਹਾਡਾ ਗ੍ਰਾਫ ਤਾਂ ਸੁੱਚਾ, ਤੁਸੀਂ ਤਾਂ ਲੋਕਾਂ ਦੇ ਕੰਮ ਆਉਣੇ ਹੋ, ਫਿਰ ਤੁਹਾਨੂੰ ਖਤਰਾ ਕਿਹਦੇ ਤੋਂ? ਸਵਾਲ ਜਾਇਜ਼ ਹੈ ਜਾਂ ਨਜਾਇਜ਼ ਹੈ, ਕਮੈਂਟ ਬਾਕਸ 'ਚ ਲਿਖ ਦਿਓ। ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।